ਤੇ ਚਲੋ ਤੇ ਤੁਸੀਂ ਨਾਮ ਆਪਦਾ ਡੇਟ ਆਫ ਬਰਥ ਤੇ ਕਿੱਥੇ ਤੁਹਾਡਾ ਜਨਮ ਹੋਇਆ ਉੱਥੇ ਸ਼ੁਰੂ ਕਰੋ। डेट बर्थ से मुझे याद नहीं। ਅੱਛਾ मेरा जन्म गुजरांवाला है। ਅੱਛਾ ਜੀ। साडा गली मकान नंबर 19 गली नंबर 19 महला गुरु नानकपुरा। ਅੱਛਾ ਜੀ ਗੁਜਰਾਂਵਾਲਾ ਚ। महला गुरु नानकपुरा गली नंबर 19 ਵਿੱਚ ਸਾਡਾ ਮਕਾਨ ਸੀ। ਉੱਥੇ ਮੇਰਾ ਜਨਮ ਹੋਇਆ। ਐਸਾ ਹੈ ਸਾਡਾ ਪਿੰਡ ਸਹਾਰਨ ਚੱਠਾ ਹੈ। ਅੱਛਾ ਜੀ ਪਾਕਿਸਤਾਨ ਦੇ ਵਿੱਚ ਸਾਡੇ ਪਿੰਡ ਦਾ ਨਾਮ ਸਹਾਰਨ ਚੱਠਾ ਹੈ। ਸਹਾਰਨ ਚੱਠਾ ਦੋ ਹਿੱਸਿਆਂ 'ਚ ਸੀਗਾ। ਅੱਛਾ ਜੀ। ਹੈ ਵਿੱਚ ਇਕੱਠੇ ਸਨ। ਹੂੰ ਇੱਕ ਛੋਟਾ ਸਹਾਰਨ ਵੱਜਦਾ ਸੀ, ਇੱਕ ਵੱਡਾ ਸਹਾਰਨ ਵੱਜਦਾ ਸੀ। ਅਸੀਂ ਛੋਟੇ ਸਹਾਰਨ ਵਿੱਚ ਸਾਂ। ਅੱਛਾ ਜੀ। ਮੇਰੇ ਦਾਦਾ ਜੀ ਦਾ ਨਾਮ ਸਰਦਾਰ ਦਸਵੰਧਾ ਸਿੰਘ ਸੀ। ਸੰਤ ਜੀ ਕਰਕੇ ਬੁਲਾਉਂਦੇ ਹੁੰਦੇ ਸਨ ਲੋਕ। ਜ਼ਿਲ੍ਹਾ ਜਿਹੜਾ ਸੀ ਗੁਜਰਾਂਵਾਲਾ, ਤਹਿਸੀਲ ਵਜ਼ੀਰਾਬਾਦ ਤੇ ਡਾਕਖਾਨਾ ਜਿਹੜਾ ਸੀ ਅਕਾਲਗੜ੍ਹ ਸੀ। ਅੱਛਾ ਅੱਛਾ। ਪਿੰਡ ਸਹਾਰਨ ਚੱਠਾ। ਪਿੰਡ ਸਹਾਰਨ ਚੱਠਾ, ਛੋਟਾ। डिस्ट्रिक्ट गुजरांवाला, तहसील वजीराबाद, डाकखाना अकालगढ़। ਅਕਾਲਗੜ੍ਹ। ਸਨ ਕਿਹੜੇ ਸੰਨ ਚ ਹੋਇਆ ਸੀ ਤੁਹਾਡਾ ਜਨਮ? मेरे को याद नहीं। ਅੱਛਾ ਸਾਨੂੰ ਵੀ ਨਹੀਂ ਯਾਦ। ਅੱਛਾ ਅੱਛਾ ਜੀ। ਠੀਕ ਹੈ। ਤੇ ਆਪਣਾ ਕੰਮ ਉੱਥੇ ਕੀ ਸੀ? ਇਹ ਮੈਂ ਕਿੱਸਾ ਛੇੜਨ ਤੋਂ ਬਾਅਦ ਦੱਸਣਾ ਚਾਹੁੰਦਾ ਹਾਂ। ਕੁਛ ਮੈਂ ਆਪਣੀ ਅੱਖੀਂ ਵੇਖਿਆ, ਅੱਛਾ ਜੀ। ਕੁਛ ਮੈਂ ਆਪਣੇ ਪਿਤਾ ਜੀ ਦੀ ਜ਼ਬਾਨੀ ਸੁਣਿਆ। ਸਾਡਾ ਪਿੰਡ ਸਹਾਰਨ ਚੱਠਾ, डिस्ट्रिक्ट गुजरांवाला, तहसील वजीराबाद, डाकखाना अकालगढ़। साडा परिवार अच्छा खांदा पींदा सी। साडी जमीन 70 किले सी। मेरे दादा जी के दो भरा सन। ਅੱਛਾ ਜੀ। मेरे दादा जी का नाम सरदार दसवंधा सिंह ਚੱਠਾ ਸੀਗਾ। ਉਹਨਾਂ ਤੋਂ ਕਾਫੀ ਛੋਟੇ ਸਨ ਜਿਹੜੇ ਉਹਨਾਂ ਦੇ ਭਰਾ ਉਹ ਉਹਨੇ ਨਾਮ ਦੱਸਦਾ ਮੈਂ ਨਹੀਂ ਕੋਈ ਨਹੀਂ। ਦਿਮਾਗ ਦਾ ਜਰਾ ਹਾਂ ਇਹ ਉਹਨਾਂ ਕੋਈ ਗੱਲ ਨਹੀਂ। ਬਾਅਦ ਜ਼ਿਕਰ ਆ ਜਾਊ। ਕੋਲ ਛੋਟੇ ਹਾਂ। ਭਰਾ ਸਨ। ਹਾਂਜੀ। ਉਹਨਾਂ ਦੇ ਮੇਰੇ ਦਾਦਾ ਜੀ ਦੇ ਦੋ ਬੇਟੇ, ਦੋ ਬੇਟੀਆਂ ਸਨ। ਅੱਛਾ ਜੀ। ਵੱਡੇ ਬੇਟੇ ਦਾ ਨਾਮ ਸਰਦਾਰ ਲਹਿਣਾ ਸਿੰਘ ਸੀਗਾ। ਉਹਨਾਂ ਨੇ ਸ਼ਾਦੀ ਨਹੀਂ ਸੀ ਕਰਾਈ। ਅੱਛਾ ਜੀ। ਛੋਟੇ ਬੇਟੇ ਦਾ ਨਾਮ ਮੱਖਣ ਸਿੰਘ ਸੀਗਾ। ਤੁਹਾਡੇ ਫਾਦਰ ਸਾਹਿਬ ਦਾ? ਹਾਂ। ਤੇ ਮੇਰੇ ਦਾਦਾ ਜੀ ਦੇ ਭਰਾ ਦੇ ਦੋ ਬੇਟੇ ਸਨ। ਇੱਕ ਦਾ ਨਾਮ ਸੁੱਚਾ ਸਿੰਘ ਸੀਗਾ ਤੇ ਦੂਜੇ ਦਾ ਨਾਮ ਸੱਜਣ ਸਿੰਘ ਸੀਗਾ। ਅੱਛਾ ਜੀ। ਇਹ ਦੋਨੇ ਸ਼ਾਦੀशुदा ਸਨ। ਸੁੱਚਾ ਸਿੰਘ ਦਾ ਇੱਕ ਮੁੰਡਾ ਸੀਗਾ ਤੇ ਸੱਜਣ ਸਿੰਘ ਦੇ ਦੋ ਮੁੰਡੇ ਸਨ। ਅੱਛਾ ਜੀ। ਮੇਰੇ ਭੂਆ ਦੀਆਂ ਸ਼ਾਦੀਆਂ, ਇੱਕ ਜਿਹੜੀ ਵੱਡੀ ਮੇਰੀ ਭੂਆ ਜੀ ਸਨ, ਉਹਨਾਂ ਦੀ ਸ਼ਾਦੀ ਨਸ਼ਹਿਰਾ ਵਿਰਕਾਂ ਦੇ ਵਿੱਚ ਹੋਈ। ਛੋਟੇ ਭੂਆ ਜੀ ਦੀ ਸ਼ਾਦੀ ਬੁੱਢਾ ਗਰਾਇਆ ਵਿੱਚ ਹੋਈ। ਜਿਹੜੇ ਅੱਜ ਕੱਲ੍ਹ ਹੁਣ ਪਾਕਿਸਤਾਨ ਦੇ ਬਣਨ ਤੋਂ ਬਾਅਦ ਉਹ ਰਿਹਾਇਸ਼ ਜਿਨ੍ਹਾਂ ਦੀ, ਇੱਕ ਬਹਾਦਰਗੜ੍ਹ ਨੇ ਵੱਡੀ ਮੇਰੀ ਭੂਆ ਜੀ ਸਨ। ਅੱਛਾ ਜੀ। ਬਹਾਦਰਗੜ੍ਹ ਨੇ ਉਹਨਾਂ ਦੇ ਤਿੰਨ ਪੁੱਤਰ ਨੇ ਜਿਹੜੇ ਮੈਨੂੰ ਉਹਨਾਂ ਨੂੰ ਯਾਦ ਹੈ। ਅਜੀਤ ਸਿੰਘ, ਚਰਨਜੀਤ ਸਿੰਘ ਤੇ ਬਲਕਾਰ ਸਿੰਘ। ਅੱਛਾ ਜੀ।
ਜਿਹੜੀ ਮੇਰੀ ਛੋਟੀ ਭੂਆ ਸੀ ਜਿਹੜੇ ਉਹਨਾਂ ਦੇ ਜਿਹੜੇ ਪਾਕਿਸਤਾਨ ਤੋਂ ਬਾਅਦ ਆ ਕੇ ਜਿਨ੍ਹਾਂ ਦੀ ਰਿਹਾਇਸ਼ ਹੋਈ ਹੈ ਉਹ ਆਪਣਾ ਇੱਥੇ ਬੀਮੜੀ ਹੈ। ਹਾਂ ਬੀਮੜੀ ਹੈਗੇ ਨੇ ਪਿੰਡ। ਉਹਦੇ ਵਿੱਚ ਉਹਦੇ ਮੇਰੇ ਭੂਆ ਦੇ ਪੁੱਤਰ ਦਾ ਨਾਮ ਮੰਗਲ ਸਿੰਘ ਹੈ। ਅੱਛਾ ਜੀ। ਅੱਛਾ ਖਾਸਾ ਪਰਿਵਾਰ ਹੈ। ਠੀਕ ਹੈ ਜੀ। ਮੇਰੇ ਦਾਦਾ ਜੀ ਦਾ ਰਸੂਖ ਬਹੁਤ ਅੱਛਾ ਸੀ ਪਾਕਿਸਤਾਨ ਦੇ ਅੰਦਰ। ਸਾਡੇ ਘਰ ਨੂੰ ਲੋਕ ਕੂਕਿਆਂ ਦੀ ਹਵੇਲੀ ਕਰਕੇ ਬੋਲਦੇ ਸਨ। ਕੂਕਿਆਂ ਦੀ ਹਵੇਲੀ। ਕੂਕਿਆਂ ਦੀ ਹਵੇਲੀ। ਮੇਰੇ ਦਾਦਾ ਜੀ ਦਾ ਸੁਭਾਅ ਸੰਤ ਪੁਰਖ ਸਨ। ਸਾਡੇ ਘਰ ਵਿੱਚ ਖੂਹੀ ਸੀਗਾ ਅੱਛਾ ਜੀ। ਜਿੱਥੇ ਲੋਕ ਆ ਕੇ ਪਾਣੀ ਭਰਦੇ। ਪਾਣੀ ਭਰਦੇ ਸਨ। ਮੇਰਾ ਦਾਦਾ ਜੀ ਦਾ ਨਿਸ਼ਾਪੁਰਤ ਕਰਮ ਸੀ। ਉਹ ਆਪਣੇ ਖੂਹ ਤੋਂ ਆਉਂਦਿਆਂ ਖੇਤਾਂ ਤੋਂ ਆਉਂਦਿਆਂ ਦਾਤਨਾਂ ਲਿਆਉਂਦੇ ਸਨ ਤੇ ਖੂਹੀ ਦੇ ਉਹ ਮੰਚ 'ਤੇ ਧਰ ਦਿੰਦੇ ਸਨ। ਸਾਰੇ ਲੋਕ ਉੱਥੋਂ ਲੈ ਕੇ ਦਾਤਨਾਂ ਕਰਦੇ ਸਨ। ਅਸੀਂ ਨਾਮਧਾਰੀ ਸੰਪਰਦਾਇ ਦੇ ਜੋੜਦੇ। ਮੇਰੇ ਦਾਦੀ ਜੀ ਬਹੁਤ ਸ਼ੀਤਲ ਸੁਭਾਅ ਵਾਲੇ ਸਨ। ਉਹਨਾਂ ਦਾ ਨਾਂ ਗੁਲਾਬ ਕੌਰ ਸੀ। ਸਿਹਤ 'ਤੇ ਤਗੜੇ। ਮੇਰੇ ਦਾਦਾ ਜੀ ਵੀ ਸ਼ਡਿਊਲ ਸਿਹਤ ਦੇ ਤਗੜੇ ਸਨ। ਅੱਛੇ ਉਹਨਾਂ ਦਾ ਕੰਮ ਸੀ ਸਵੇਰੇ ਉੱਠਣਾ। ਮੇਰੇ ਦਾਦਾ ਜੀ ਤੇ ਦਾਦੀ ਜੀ ਤੇ ਦਾਦੇ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਸਨ। ਮੇਰੇ ਦਾਦਾ ਜੀ ਤੇ ਖੇਤਾਂ ਵੱਲ ਚਲੇ ਜਾਂਦੇ। ਉਸ ਵਕਤ ਦਾ ਆਵਾਜ਼ ਨਹੀਂ ਸੀ ਚਾਹ ਦਾ। ਪਹਿਲਾ ਕੰਮ ਮੇਰੀ ਦਾਦੀ ਜੀ ਦਾ ਹੁੰਦਾ ਸੀ। ਉਹ ਇਸ਼ਨਾਨ ਕਰਕੇ ਨਾਲੇ ਪਾਠ ਕਰਦੇ ਤੇ ਨਾਲੇ ਚੱਕੀ ਪੀਂਦੇ। ਉਸ ਵਕਤ ਮਿਲਣਾ ਜਾਂ ਕੁਛ ਨਹੀਂ ਸੀ ਹੁੰਦਾ। ਆਪਣੇ ਹੱਥ ਨਾਲ ਸਵੇਰੇ ਉਹਨਾਂ ਨੇ 5 ਕਿਲੋ 5 ਸੇਰ ਆਟਾ ਪੀਣਾ ਤੇ ਉਹ ਤਿਆਰ ਕਰਨਾ। ਤਿਆਰ ਕਰ ਲੈਣਾ। ਜਿਸ ਵੇਲੇ ਉਹਨਾਂ ਨੇ ਆਵਾਜ਼ ਮਾਰਨੀ। ਮੇਰੀ ਮਾਤਾ ਜੀ ਦਾ ਨਾਮ ਧਰਮ ਕੌਰ ਸੀ। ਅੱਛਾ ਜੀ। ਮੇਰੇ ਪਿਤਾ ਜੀ ਉਸ ਵਕਤ ਬੱਚਾ ਛੋਟਾ ਸੀ। ਉਹਦਾ ਨਾਮ ਆਤਮਾ ਸਿੰਘ ਸੀ। ਅੱਛਾ ਜੀ। ਆਵਾਜ਼ ਮਾਰਨੀ ਬੇਟਾ ਧਰਮ ਕੌਰ ਉੱਠੋ ਚਾਹ ਵੇਲਾ ਬਣਾਓ। ਹਾੜੀ ਆਉਣ ਵਾਲੇ ਨੇ। ਸਾਡੇ 5 ਹਾਲ ਸਨ। 3 ਹਾਲ ਤੇ ਸਾਡੇ ਉਸ ਵਕਤ ਇੱਥੇ ਸੀੜੀ ਕਹਿੰਦੇ ਨਹੀਂ, ਅਸੀਂ ਚੂੜੇ ਕਹਿੰਦੇ ਸਾਂ ਜਾਂ ਕਾਮੇ। ਉੱਥੇ ਹਾੜੀ ਕਹਿੰਦੇ ਸੀ। ਉਹ ਆਉਣ ਵਾਲੇ ਨੇ। ਮੇਰੇ ਮਾਤਾ ਜੀ ਉੱਠਦੇ ਆਟਾ ਗੁੰਨਦੇ। ਮੇਰੇ ਦਾਦੀ ਜੀ ਦੁੱਧ ਰੜਕਣਾ ਸ਼ੁਰੂ ਕਰ ਦਿੰਦੇ ਸਨ। ਸੁੱਖ ਨਾਲ ਸਾਡੇ ਘਰ ਦੇ ਵਿੱਚ ਲਵੇਰਾ ਬਹੁਤ ਅੱਛਾ ਸੀਗਾ। 2-3 ਮੱਝਾਂ ਸੂਈਆਂ ਰਹਿੰਦੀਆਂ ਸਨ। ਦੁੱਧ ਰਿੜਕਦੇ ਵੱਡੇ ਮੱਖਣ ਦੇ 2 ਪੇੜੇ ਕੱਢਦੇ। ਆਪਣਾ ਕੁਛ ਦੇਰ ਤੱਕ ਸ਼ੁਰੂ ਕਰਤਾ ਪ੍ਰੋਗਰਾਮ। ਉਸ ਉਹਨੇ ਟਾਈਮ ਦੇ ਵਿੱਚ ਉਹਨਾਂ ਫਿਰ ਨਾਲ ਮਦਦ ਮੇਰੀ ਮਾਤਾ ਦੇ ਕਰਦੇ। ਉਹ ਹਾੜੀ ਆ ਜਾਂਦੀ। ਆਉਂਦਿਆਂ ਆਵਾਜ਼ ਆ ਜਾਂਦੀ। ਮਾਂ ਜੀ ਉਹਨਾਂ ਕਹਿਣਾ ਬੇਟਾ ਬੈਠ ਜਾਓ, ਪਹਿਲਾਂ ਚਾਹ ਵਾਲਾ ਖਾ ਲਵੋ ਤੇ ਫਿਰ ਹਾਲ ਲੈ ਕੇ ਜਾਇਆ। ਸਾਡੇ ਪਸ਼ੂਆਂ ਦਾ ਸਾਡੇ ਕੋਲ 5 ਮੱਝਾਂ ਹੁੰਦੀਆਂ ਸਨ। 10 ਬੌਲਦ ਸਨ। ਹੋਰ ਬੱਚੇ। ਮੇਰੇ ਦਾਦਾ ਜੀ ਤੇ ਦਾਦਾ ਤੇ ਕੰਮ ਸ਼ੁਰੂ ਹੋ ਜਾਂਦਾ। ਮੇਰੇ ਤਾਇਆ ਜੀ ਉੱਠਦਿਆਂ ਸਾਰ ਪਹਿਲਾਂ ਮੱਝਾਂ ਨੂੰ ਗੁਤਾਵਾ ਕਰਦੇ। ਬੌਲਦਾਂ ਨੂੰ ਪੱਠੇ ਪਾਉਂਦੇ ਤੇ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਦੇ ਸਨ। ਮੇਰੇ ਦਾਦਾ ਜੀ ਤੇ ਸਵੇਰੇ ਹੀ ਚਲੇ ਜਾਂਦੇ ਸਨ ਖੇਤ ਵਿੱਚ। ਖਾਲੀ ਆ ਜਾਂਦੇ। ਮੇਰੇ ਦਾਦੀ ਜੀ ਉਹਨਾਂ ਨੂੰ 2 ਪਰੌਂਠੇ ਤੇ ਮੱਖਣ ਏਡਾ ਧਰ ਕੇ ਦਿੰਦੇ। ਉਹ ਪ੍ਰਸ਼ਾਦਾ ਛਕਦੇ। ਬੌਲਦਾਂ ਦੇ ਗਲਾਂ ਦੇ ਵਿੱਚ ਪਜਾਲੀਆਂ ਪਾਉਂਦੇ। ਹਲ ਟੱਕਦੇ ਤੇ ਬੌਲਦਾਂ ਦੇ ਗਲੇ ਘੁੰਗਰੂ ਬੰਨ੍ਹਦੇ ਸਨ। ਉਹ ਖੇਤਾਂ ਵੱਲ ਚੱਲ ਪਏ।
ਟਨ ਟਨ ਕਰਦੇ ਬਹੁਤ ਜਾਂਦੇ ਨੇ। ਹੁਣ ਉਦੋਂ ਬਾਅਦ ਸਾਡੇ ਇੰਝ ਹੁੰਦਾ ਸੀ, ਸਾਡੇ ਪੁਰਾਤਨ ਲੋਕਾਂ ਦੇ ਜ਼ਮੀਂਦਾਰਾਂ ਦੇ ਘਰਾਂ 'ਚ ਹਵੇਲੀਆਂ ਵੱਖਰੀਆਂ ਹੁੰਦੀਆਂ ਸਨ, ਘਰ ਦੇ ਨਾਲ ਹੀ ਹੁੰਦੀਆਂ ਸਨ, ਜਿੱਥੇ ਡੰਗਰ ਪਸ਼ੂ ਹੁੰਦੇ ਸਨ, ਆਪਣੇ ਮਕਾਨ ਹੁੰਦੇ ਸਨ। ਤੇ ਉਦੋਂ ਬਾਅਦ ਜਿਹੜਾ ਪਾਲੀ ਸੀਗਾ, ਜਿਹੜਾ ਡੰਗਰ ਚਾਰਦਾ ਸੀਗਾ, ਉਹਦੀਆਂ ਕਰਦਾ ਸੀ, ਆਉਂਦਾ ਸੀ, ਉਹ ਡੰਗਰ ਖੋਲ ਕੇ ਖੜ੍ਹਦੇ ਹੁੰਦੇ ਸਨ। ਉਹ ਪਾਲੀ ਆ ਜਾਂਦਾ, ਪਤਾ ਲੱਗਦਾ, ਮਾਂ ਜੀ ਉਹ ਫਿਰ ਮੇਰੀ ਦਾਦੀ ਜੀ ਆਵਾਜ਼ ਮਾਰਦੇ, ਆ ਜਾ ਬੇਟਾ। ਉਹਨੂੰ ਵੀ ਉਹ ਪ੍ਰਸ਼ਾਦਾ ਤੇ ਮੱਖਣ ਦਿੰਦੇ, ਲੱਸੀ ਦਾ ਛੰਨਾ, ਉਸ ਵਕਤ ਸੇਰ ਦੇ ਛੰਨੇ ਵੱਡੇ ਵੱਡੇ ਉਹਨੇ ਪੀਣਾ, ਡੰਗਰ ਖੋਲ੍ਹਣੇ ਤੇ ਚਲੇ ਪੈਣਾ। ਐਸਾ ਹੁੰਦਾ ਸੀ। ਜ਼ਮੀਨਾਂ ਜ਼ਿਆਦਾ ਹੋਣ ਕਰਕੇ ਸਾਰੇ ਖੇਤ ਜਿਹੜੇ ਸਨ, ਉਹ ਅਸੀਂ ਸੀਜ਼ਨ 'ਚ ਨਹੀਂ ਸਾਂ ਜ਼ਮੀਨ ਨੂੰ ਤਿਆਰ ਕਰ ਸਕਦੇ। ਅੱਧੀ ਜ਼ਮੀਨ ਜਿਹੜੀ ਸੀ ਉਹ ਖਾਲੀ ਰਹਿੰਦੀ ਸੀਗੀ ਤੇ ਅੱਧੀ 'ਚ ਬਿਜਾਈ ਹੁੰਦੀ ਸੀ। ਜਿਹੜੀ ਅੱਧੀ ਖਾਲੀ ਹੁੰਦੀ ਸੀ ਉਹਦੇ 'ਚ ਘਾਹ ਵਗੈਰਾ ਹੁੰਦਾ, ਜਿੱਥੇ ਉਹ ਹਰ ਪਸ਼ੂ ਚਰੀ ਜਾਂਦਾ, ਪਸ਼ੂ ਉੱਥੇ ਡੰਗਰਾਂ ਲੈ ਜਾਂਦੇ, ਛੱਡ ਦਿੰਦੇ ਚਾਰਦੇ। ਤੇ ਨਹੀਂ, ਉਦੋਂ ਜਿਹੜਾ ਤੁਸੀਂ ਕਹਿੰਦੇ ਹੋ ਵੀ ਪੂਰੀ ਜ਼ਮੀਨ ਨਹੀਂ ਬੀਜੀ ਜਾਂਦੀ ਸੀ, ਉਹਦਾ ਕੀ ਕਾਰਨ ਸੀਗਾ? ਵੀ ਮਸ਼ੀਨਰੀ ਨਹੀਂ ਸੀ ਹੁੰਦੀ? ਕਿ ਕਾਰਨ ਇਹ ਸੀ ਕਿ ਬਈ ਚੋਖੀ ਜ਼ਮੀਨ ਸੀਗੀ। ਸਾਡੇ 5 ਹਾਲ ਹੁੰਦਿਆਂ ਵੀ ਅਸੀਂ ਸਾਰੀ ਜ਼ਮੀਨ ਨਹੀਂ ਸਨ ਵਾਹ ਸਕਦੇ। ਉਹਦੀ ਵਜ੍ਹਾ 3 ਹਾਲ ਤੇ ਸਾਡੇ ਜਿਹੜੇ ਸਨ, ਉਹ ਸਾਡੇ ਕੰਮ ਹੀ ਕਰਦੇ ਸਨ। 2 ਮੇਰੇ ਚਾਚੇ ਸਨ, ਉਹ ਜਾਂਦੇ ਸਨ ਹਾਲ ਤੇ। ਮੇਰੇ ਦਾਦੇ ਦਾ ਨਾਮ ਵਸਾਵਾ ਸਿੰਘ ਸੀਗਾ। ਨਹੀਂ, ਤੇ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਨਾ ਵੀ ਉਦੋਂ ਖੇਤੀ ਦੀ ਜ਼ਮੀਨ ਦੇ ਤੋਂ ਜਿਹੜਾ ਜੇ ਕਣਕ ਨਿਕਲਦੀ, ਝੋਨਾ ਨਿਕਲ, ਉਹ ਵੇਚਦੇ ਤਾਂ ਹੁੰਦੇ ਨਹੀਂ ਸੀਗੇ। ਉਹ ਜਿਹੜੀ ਫਸਲ ਹੁੰਦੀ ਸੀ ਉਹ ਵੇਚੀ ਜਾਂਦੀ ਸੀ ਜਾਂ ਆਪਦੇ ਜੋਗੀ ਹੀ ਬਣਾਉਂਦੇ ਸੀਗੇ? ਨਹੀਂ, ਐਸਾ ਸੀਗਾ। ਉਹ ਜ਼ਮੀਨ ਦੀ ਵੰਡ ਕੀਤੀ ਹੁੰਦੀ ਸੀ ਕਿ ਇਸ ਸਾਲ ਹਾੜੀ ਕਰਨੀ ਹੈ, ਇਸ ਸਾਲ ਸਾਉਣੀ ਕਰਨੀ ਹੈ। ਉਨੀ ਜ਼ਮੀਨ ਜਿੰਨੀ ਕੁ ਅਸੀਂ ਕਾਸ਼ਤ ਕਰ ਸਕਦੇ ਸਾਂ, ਉਹਦੇ ਹਿਸਾਬ ਨਾਲ ਵੰਡ ਕੇ ਉਨੀ ਰੱਖਦੇ ਸਾਂ। ਵੀ ਇਹ ਸਾਉਣੀ ਵਾਲੇ ਜ਼ਿਆਦਾ ਰੱਖਣੀ ਹੈ ਜਾਂ ਹਾੜੀ ਵਾਲੇ ਜ਼ਿਆਦਾ ਰੱਖਣੀ ਹੈ, ਉਹਦੇ ਮੁਤਾਬਕ ਨਾਲ ਉਹ ਚੱਲਦਾ ਸੀਗਾ। ਇਹ ਹੁੰਦਿਆਂ ਇੰਝ ਹੋਇਆ, ਜਿਸ ਵਕਤ ਉਹ ਪਾਲੀ ਪਸ਼ੂ ਖੋਲ ਕੇ ਲੈ ਗਿਆ ਤੇ ਉਸ ਵਕਤ ਸਫਾਈ ਕਰਨ ਵਾਲੀ ਕਰਮਚਾਰੀ ਜਿਹੜੀ ਸੀ, ਸਾਡੇ ਤੋਂ ਤੇ ਚੂੜੀ ਬੋਲਦੇ ਸਨ, ਚੂੜੀ ਆ ਗਈ ਹੈ। ਉਹਨੇ ਗੋਇਆ ਕੂੜਾ ਸੁੱਟਣਾ, ਸਫਾਈ ਕਰਨੀ, ਪਹਿਲਾਂ ਚਾਹ ਵਾਲਾ ਛਕਣਾ, ਖਾਣਾ। ਮਾਤਾ ਜੀ ਜਿਹੜੇ ਸਨ ਮੇਰੇ ਦਾਦਾ ਜੀ, ਉਹ ਪਰਹੇਜ਼ ਕਿਸੇ ਨਾਲ ਨਹੀਂ ਸਨ ਕਰਦੇ। ਬੜਾ ਸੰਤ ਸੁਭਾਅ ਉਹਨਾਂ ਦਾ, ਹਰ ਵਕਤ ਪਰਮੇਸ਼ਰ ਦੇ ਨਾਮ 'ਤੇ ਰਹਿਣਾ। ਉਹਨੇ ਸਫਾਈ ਸਾਰੀ ਕਰਨੀ, ਸਫਾਈ ਸਾਰੀ ਕਰਨ ਬਾਅਦ ਉਸ ਵਕਤ ਉਸਨੇ ਗੋਇਆ ਕੂੜਾ ਕਰਨਾ, ਚਲੇ ਗਏ। ਮੇਰੇ ਦਾਦੀ ਜੀ ਨੇ ਆਵਾਜ਼ ਦੇ ਦਿੱਤੀ ਕਿ ਬੇਟਾ ਪੱਤੇ ਵਾਲਾ ਹੋਣ ਵਾਲਾ ਹੈ, ਕੁਛ ਸਲੂਣਾ ਧਰ ਲੈ। ਉਸ ਵਕਤ ਸਲੂਣਾ ਕਹਿੰਦੇ ਸਨ ਸਬਜ਼ੀ ਨੂੰ ਸਲੂਣਾ। ਬੇਟਾ ਕੱਦੂ ਦਾ ਸਲੂਣਾ ਬਣਾ ਲੈ ਜਦ ਤੇ ਤੰਦੂਰ ਧਾ ਦੇ। ਰੋਟੀਆਂ ਲਾਉਣੀਆਂ ਨੇ ਕਿ ਪੱਤੇ ਵਾਲਾ ਹੋਣ ਵਾਲਾ ਹੈ ਤੇ ਹਾੜੀ ਕਹਿੰਦੇ ਉੜਦੇ ਮੂੰਹ। ਫਿਰ ਮੇਰੀ ਮਾਂ ਨੇ ਸਲੂਣਾ ਬਣਾਉਣਾ, ਤੰਦੂਰ ਧਾ ਦੇਣਾ। ਮੇਰੇ ਦਾਦੀ ਜੀ ਨੇ ਮੱਖਣ ਕੱਢ ਕੇ, ਤੇ ਉਸ ਵਕਤ ਲੱਸੀ ਵਿੱਚ ਹੀ ਮੱਖਣ ਰੱਖਿਆ ਜਾਂਦਾ ਸੀਗਾ, ਤੇ ਉਹ ਜਿਹੜਾ ਬਚਦਾ ਸੀ ਉਹ ਫਿਰ ਉਹ ਘਿਓ ਕੱਢ ਲੈਣਾ, ਫਿਰ ਖੋਲ੍ਹ ਕੇ ਉਹ ਇਕੱਠਾ ਕੀਤਾ ਜਾਂਦਾ ਸੀ। ਉਸ ਜ਼ਮਾਨੇ ਵਿੱਚ ਦੁੱਧ ਦਹੀਂ ਦੀ ਵਿਕਰੀ ਨਹੀਂ ਸੀ ਹੁੰਦੀ। ਵੇਚਦੇ ਨਹੀਂ ਸੀ। ਜ਼ਿਮੀਂਦਾਰ ਸਮਝਦਾ ਸੀ ਦੁੱਧ ਵੇਚਣਾ, ਦੁੱਧ ਪੁੱਤਰ ਵੇਚਣਾ ਬਰਾਬਰ ਹੈ। ਇਸ ਕਰਕੇ ਲੋਕਾਂ ਦੀ ਸਿਹਤ ਵੀ ਬੜੀ ਤਗੜੀ ਹੁੰਦੀ ਸੀਗੀ ਤੇ ਖੁਰਾਕ ਵੀ ਚੰਗੀ ਮਕਬੂਲ ਹੁੰਦੀ ਸੀ। ਆਪ ਦੀ ਸਿਹਤ ਦੇ ਹੁੰਦੇ ਸਨ।
ਦਾਦੀ ਮੇਰੀ ਨੇ ਤਾਏ ਮੇਰੇ ਤਾਇਆ ਜੀ ਮੇਰੇ ਨੇ ਦੁੱਧ ਕੱਢ ਕੇ ਲਿਆ ਕੇ ਧਰਿਆ ਹੋਇਆ ਸੀਗਾ। ਉਹ ਦੁੱਧ ਨੂੰ ਉਸ ਵਕਤ ਉਹਨੂੰ ਕਾੜ ਨਹੀਂ ਬੋਲਦੇ ਸਨ। ਹਾਂਜੀ। ਉਹ ਬੜੀ ਵੱਡੀ ਬਣੀ ਤੇ ਆਪਣੇ ਚੌਂਕੇ ਦੇ ਵਿੱਚ ਨਾ ਉੱਤੇ ਇੱਕ ਆਲਾ ਜਿਹਾ ਬਣਾਇਆ ਹੁੰਦਾ ਸੀਗਾ। ਉਹਦੇ ਵਿੱਚ ਖਿੜਕੀ ਲਾਈ ਹੁੰਦੀ ਸੀ। ਅੱਛਾ ਜੀ। ਉਹਦੇ ਵਿੱਚੋਂ ਨਾ ਗੋਹੇ ਪਾਣੇ ਤੇ ਉਹਦੇ 'ਚ ਦੁੱਧ ਧਰ ਦੇਣਾ ਤਪੜੇ। ਅੱਛਾ। ਹੁਣ ਮੇਰੇ ਦਾਦੀ ਜੀ ਨੇ ਉਹ ਜਿਹੜੇ ਪ੍ਰਸ਼ਾਦਾ ਲਾਣੇ ਸੀ ਸਾਡੇ ਕੋਲ ਨਾ, ਸਾਡੇ ਘਰ ਵਿੱਚ ਇੱਕ ਮਕਬੂਲ ਨੌਕਰ ਸੀ ਪੱਕਾ। ਅੱਛਾ। ਸ਼ੁਰੂ ਤੋਂ ਮੇਰੇ ਦਾਦਾ ਜੀ ਦੇ ਦਾਦੀ ਦੇ ਹੁੰਦਿਆਂ ਉਹ ਹੈਲਪ ਜਨਾਨੀ ਹਰ ਪ੍ਰਕਾਰ ਦੀ ਰਸੋਈ ਦੇ ਵਿੱਚ ਕਰਦੀ ਸੀ। ਸਾਰਾ ਉਹਨਾਂ ਦਾ ਪ੍ਰੋਗਰਾਮ ਪੱਕੇ ਨਾਲ ਸਾਰਿਆਂ ਰਲ ਕੇ ਤੰਦੂਰ 'ਤੇ ਰੋਟੀਆਂ ਲਾਉਣੀਆਂ। ਉਸ ਵਕਤ ਚੁੱਲ੍ਹੇ 'ਤੇ ਰੋਟੀ ਸਵੇਰੇ ਚਾਹ ਵਾਲਾ ਹੀ ਪੱਕਦੀ ਸੀਗੀ। ਅੱਛਾ ਜੀ। ਰੋਟੀ ਸਵੇਰ ਦੀ ਤੇ ਜਿਹੜੀ ਸ਼ਾਮ ਦੀ ਤੰਦੂਰਾਂ 'ਚ ਹੀ ਪੱਕਣ ਲੱਗਦੀ ਸੀ। ਤੰਦੂਰ ਬੜੀਆਂ ਸਨ ਕਿ ਉਹ ਪਰਿਵਾਰ ਬਹੁਤ ਵੱਡਾ ਸੀ। ਪ੍ਰਸ਼ਾਦੇ ਲਾਣੇ ਮੇਰੇ ਤਾਈ ਜੀ ਨੇ ਲੱਡੀ ਚਾਟੀ ਲੱਸੀ ਦੀ ਸਿਰ 'ਤੇ ਧਰਨੀ ਤੇ ਪ੍ਰਸ਼ਾਦੇ ਲੈਣੇ। ਚੱਲ ਪੈਣਾ ਜਾ ਕੇ ਪਾਸੇ ਵੇਖਦਾ ਜਾ ਇੰਤਜ਼ਾਰ ਕਰਦੇ ਹੁੰਦੇ ਸਨ। ਹਾਲੀ ਉਹਨਾਂ ਵੇਖਣਾ ਵੇ ਮਾਤਾ ਜੀ ਆ ਰਹੇ ਨੇ, ਬੋਲ ਛੱਡਣੇ। ਪਹਿਲਾਂ ਖੂਹ 'ਤੇ ਜਾ ਘੇਰਨਾ। ਖੂਹ ਤੋਂ ਟਿੰਡਾਂ ਜਿਹੜੀਆਂ ਹੁੰਦੀਆਂ ਸੀ ਮਿੱਟੀ ਦੀਆਂ ਹੁੰਦੀਆਂ ਸਨ। ਉਹਦੇ ਪਾਣੀ ਕੱਢਣਾ ਤੇ ਰੱਸੀਆਂ ਨਹੀਂ ਸਨ, ਖੱਬੜ ਹੁੰਦੇ ਸਨ। ਉਹ ਵੱਟ ਕੇ ਤੇ ਉਹਨਾਂ ਨਾਲ ਹੀ ਡੰਡਾ ਬੰਨ੍ਹੀਆਂ ਹੁੰਦੀਆਂ ਸਨ। ਅੱਛਾ ਅੱਛਾ ਜੀ। ਉਹਨਾਂ ਨੇ ਖੂਹ ਘੇਰ ਕੇ ਚੰਗੀ ਤਰ੍ਹਾਂ ਠੰਡਾ ਪਾਣੀ ਕੱਢ ਲੈਣਾ ਤੇ ਉਹ ਟਿੰਡ ਖੋਲ ਕੇ ਨਾਲੇ ਹੱਥ ਪੈਰ ਧੋਣੇ, ਨਾਲੇ ਲੱਸੀ 'ਚ ਪਾ ਕੇ ਉਹਨਾਂ ਨੇ ਪ੍ਰਸ਼ਾਦਾ ਛਕਣਾ। ਆਨੰਦ ਹੋ ਕੇ ਅੱਧਾ ਘੰਟਾ ਰੈਸਟ ਕਰਕੇ ਉਹ ਫਿਰ ਆਪਣੇ ਕੰਮਾਂ ਲੱਗ ਜਾਣਾ, ਆਪਣੇ ਕੰਮ 'ਤੇ ਲੱਗ ਜਾਣਾ। ਮੇਰੇ ਦਾਦਾ ਜੀ ਭਜਨ ਬੰਦਗੀ ਵਾਲੇ ਸਨ। ਉਹ ਆਪਣੇ ਹੱਥਾਂ ਨਾਲ ਹਲ ਵੀ ਚਲਾਉਂਦੇ ਸਨ। ਇਹ ਨਹੀਂ ਸੀ ਕਰਦੇ। ਹਾਲਾਂ ਮੇਰਾ ਜਿਹੜਾ ਦਾਦੇ ਦਾ ਭਰਾ ਛੋਟਾ ਸੀ ਉਹ ਕੰਮ ਘੱਟ ਕਰਦਾ ਸੀਗਾ। ਮੇਰੇ ਰਹਿਣਾ ਪੂਰਾ ਬੜਾ ਬਾਟਾ ਕੰਮ ਕਰਨਾ। ਹੋਰ ਮੇਰੇ ਦਾਦਾ ਜੀ ਨਾਲ ਪੱਠੇ ਵੱਢਣ ਦਾ ਕੰਮ ਬਹੁਤ ਡੰਗਰਾਂ ਵਾਸਤੇ ਕਿਉਂ ਉਹ ਕਰਦੇ। ਸ਼ਾਮ ਹੋਣ ਵੇਲਾ ਹੁੰਦਾ ਪੱਠੇ ਵੱਢੇ ਸਨ। ਉਹ ਪੱਠੇ ਲੱਦ ਕੇ ਆਪਣਾ ਗੱਡੇ ਦੇ ਵਿੱਚ ਮੇਰੇ ਦਾਦਾ ਜੀ ਤੇ ਉਹ ਦੋਨੇ ਭਰਾ ਉਹ ਪਿੰਡ ਆ ਜਾਂਦੇ। ਪਿੰਡ ਆ ਕੇ ਨੌਕਰ ਹੁੰਦਾ ਸੀ ਉਹ ਨਾਲ ਕੇ ਪੱਠੇ ਕੁਤਰਨੇ ਟੋਕੇ ਦੇਣਾ। ਅੱਛੀ ਟੋਕਾ ਹੁੰਦਾ ਸੀ ਤੇ ਟੋਕ ਕਰਨਾ। ਉਹਨਾਂ ਵੀ ਆ ਜਾਣਾ। ਸ਼ਾਮ ਹੋ ਜਾਣੀ। ਸ਼ਾਮ ਵੇਲੇ ਡੰਗਰਾਂ ਨੂੰ ਪੱਠੇ ਪੁੱਠੇ ਪਾਣੇ, ਜਿਹੜਾ ਕਿਰਿਆ ਕਰਨ ਹੁੰਦੀ ਕਰਦੇ ਧਾਰਾਂ ਕੱਢਣੀ ਹੋਣੀ। ਸਾਰੇ ਆਰਾਮ ਨਾਲ ਸੌਂ ਜਾਂਦੇ। ਲੋਕ ਮੇਰੇ ਦਾਦਾ ਜੀ ਦੇ ਕੋਲੋਂ ਬੜੇ ਪ੍ਰਸੰਨ ਸਨ ਕਿ ਉਹਨਾਂ ਕਿਸੇ ਦੇ ਨਾਲ ਵਿਤਕਰਾ ਨਹੀਂ ਸੀ, ਕਿਸੇ ਨਾਲ ਝਗੜਾ ਨਹੀਂ ਸੀਗਾ। ਬੜੇ ਆਰਾਮ ਨਾਲ ਜਿਹੜੇ ਦਿਨ ਬੀਤਦੇ ਗਏ। ਲੋਕ ਕਹਿੰਦੇ ਕਿ ਚੱਠਿਆਂ ਦਾ ਇਕੱਠ, ਇਹਨਾਂ ਦਾ ਪਰਿਵਾਰ ਦਾ ਇਕੱਠ ਕਿੰਨਾ ਹੈ, ਆਪਸ ਕਿੰਨਾ ਪਿਆਰ ਹੈ। ਮੇਰੇ ਪਿਤਾ ਜੀ ਉਸ ਵਕਤ ਪੜ੍ਹਦੇ ਹੁੰਦੇ ਸਨ। ਪੜ੍ਹਨ ਤੋਂ ਬਾਅਦ ਕੋਈ ਸ਼ਾਦੀ ਹੋ ਗਈ, ਘਰ ਦਾ ਕੰਮ ਮਾੜਾ ਮੋਟਾ ਕਰਦੇ ਸਨ। ਹੋਇਆ ਇੰਝ ਕਿ ਜਿਸ ਵਕਤ ਉਹ 35 ਸਾਲ ਹੋ ਗਏ ਸਨ ਕੰਮ ਕਾਰ ਕਰਦਿਆਂ, ਮੇਰੇ ਦਾਦਾ ਜੀ ਦੀ ਅਵਸਥਾ ਵੀ ਕੁਛ ਢਿੱਲੀ ਹੁੰਦੀ ਗਈ। ਮੇਰੀ ਦਾਦੀ ਜੀ ਨੇ ਕਿਹਾ ਕਿ ਮੱਖਣ ਸਿੰਘ ਨੂੰ ਮਕਾਨ ਲੈ ਦਈਏ ਗੁਜਰਾਤ। ਤੁਹਾਡੀ ਸਿਹਤ ਢਿੱਲੀ ਰਹਿੰਦੀ ਹੈ, ਹੁਣ ਤੁਹਾਡੇ ਭਰਾ ਨਾਲ ਵੀ ਅਣਬਣ ਬਣੀ ਹੋਈ ਹੈ, ਚੰਗੀ ਤਰ੍ਹਾਂ ਬੋਲਦੇ ਨਹੀਂ ਹੈ। ਉਹਨੇ ਰੌਲਾ ਪਾਤਾ ਸੀਗਾ ਮੈਨੂੰ ਵੱਢ ਕਰ ਦਿਓ। ਅੱਛਾ। ਇਹ ਤੋਂ ਮੇਰੇ ਦਾਦੀ ਜੀ ਚਿੰਤਤ ਰਹਿੰਦੇ ਸਨ ਕਿ ਉਹ ਕਹਿਣ ਲੱਗੇ ਆਪਣੇ ਜਿਉਂਦਿਆਂ ਹੁੰਦਿਆਂ ਇਹਨਾਂ ਨੂੰ
ਬਗੈਰ ਝਗੜੇ ਤੋਂ ਕੱਢ ਕਰ ਮਕਾਨ ਲੈ ਲਿਆ, ਲੈ ਜਾ ਗਿਆ। ਉਸ ਵਕਤ ਅਸਾਂ ਮੇਰੇ ਦਾਦਾ ਜੀ ਨੇ 15 ਕਿੱਲੇ ਜ਼ਮੀਨ ਉਸਦੇ ਫਤਿਹ ਸਿੰਘ ਸੀਗਾ ਕੋਲ ਗਹਿਣੇ ਰੱਖੀ ਸੀ। ਅੱਛਾ ਜੀ। ਉਹ ਪੈਸੇ ਲੈ ਕੇ ਗੁਜਰਾਂਵਾਲੇ ਮਕਾਨ ਗੁਰੂ ਨਾਨਕਪੁਰਾ ਗਲੀ ਨੰਬਰ 19 ਦੇ ਵਿੱਚ ਮਕਾਨ ਲੈ ਲਿਆ। ਸਾਡੇ ਸਾਹਮਣੇ ਸ਼ੇਰ ਸਿੰਘ ਵਾਲਾ ਹੁੰਦਾ ਸੀ, ਸਾਡਾ ਪੜੋਸੀ ਜਿਹੜਾ ਸੀਗਾ ਵਕੀਲ ਸੀਗਾ ਹਰਬੰਸ ਸਿੰਘ। ਅੱਛਾ ਜੀ। ਅੱਛਾ, ਉਹ ਮੇਰਾ ਕੋਲ ਸਾਰਾ ਚੰਗਾ ਅੱਛਾ ਸੀ। ਸਾਡੇ ਕੋਲ ਬੜੀ ਤਗੜਾ ਇੱਕ ਸੁਨਿਆਰਾ ਸੀ, ਸ਼ਰਾਬ ਸੀ, ਬੜੀ ਵੱਡੀ ਕੋਠੀ ਸੀ ਉੱਥੇ। ਉਹਦੀ ਆਬਾਦੀ ਨਵੀਂ ਬਣੀ ਸੀਗੀ, ਸਾਡੇ ਕੋਲ ਹੀ ਇਹ ਸੂਬਾ ਛੋਟਾ ਵਗਦਾ ਸੀ। ਅੱਛਾ ਜੀ। ਅਤੇ ਜ਼ਮੀਨਦਾਰ ਖੇਤੀ ਵੀ ਕਰਦੇ ਸਨ, ਨਾਲ ਹੀ ਸਨ। ਅੱਛਾ ਜੀ। ਨਹੀਂ ਤੇ ਉਦੋਂ ਜਿਵੇਂ ਘਰ ਹੁੰਦੇ ਪੱਕੇ ਬਣਨ ਲੱਗ ਗਏ ਸੀਗੇ ਉਦੋਂ ਤੱਕ? ਹਾਂ। ਅੱਛਾ, ਜਿਵੇਂ ਕੋਠੀ ਤੁਸੀਂ ਕਹਿੰਦੇ ਹੋ ਪਾਈ ਹੋਈ ਸੀਗੀ, ਉਹ ਪੱਕੀਆਂ ਇੱਟਾਂ ਦੀ ਪਾਈ ਹੋਈ ਸੀਗੀ ਕੋਠੀ? ਉਸ ਵਕਤ ਜਿਹੜਾ ਸੀ ਨਾ, ਇੱਟਾਂ ਜਿਹੜੀਆਂ ਬਣਦੀਆਂ ਸਨ ਉਹ ਘੁਮਿਆਰ ਜਿਹੜੇ ਸਨ ਉਹ ਬਣਾਉਂਦੇ ਸਨ ਭੱਠਿਆਂ ਵਿੱਚ। ਉਹਨੇ ਭੱਠੇ ਨਹੀਂ ਸਨ ਹੁੰਦੇ। ਅੱਛਾ, ਜਿਹੜੀਆਂ ਅੱਜ ਕੱਲ ਇੱਟਾਂ ਨਿਕਲਦੀਆਂ ਛੋਟੀ ਇੱਟ ਪੱਕੀਆਂ ਹੁੰਦੀਆਂ ਸਨ। ਕੁਛ ਮਕਾਨ ਕੱਚੇ ਹੁੰਦੇ ਸਨ ਜੱਪਾਂ ਦਾ। ਜਿਵੇਂ ਸਾਡਾ ਛੱਪੜ ਹੁੰਦਾ ਸੀ ਨਾ, ਛੱਪੜ ਦੇ ਵਿੱਚ ਉਹ ਜਿਹੜੇ ਮਿੱਟੀ ਨਾਲ ਕੰਧਾਂ ਕੱਢੀਆਂ ਹੁੰਦੀਆਂ ਸਨ। ਜਿਹੜੇ ਕੁਛ ਤਗੜੇ ਘਰ ਸਨ ਉਹ ਉਹਨਾਂ ਦੀ ਕਮਰੇ ਅੰਦਰ ਪੱਕੇ। ਸਾਡੇ ਘਰ ਅਮਨ ਪੱਕਾ ਸੀਗਾ। ਅੱਛਾ ਅੱਛਾ। ਆਮਦਨੀ ਦੇ ਹਿਸਾਬ ਨਾਲ ਸਾਡੇ ਦਾਦਾ ਜੀ ਅੱਛੇ ਖਾਸੇ ਪਰਿਵਾਰ ਚੰਗਾ ਸੀਗਾ। ਹੋਇਆ ਦਾਦਾ ਜੀ ਨੇ ਲਕੀਰ ਵਾਈ, ਹੱਡ ਕਰ ਦਿੱਤਾ ਗਿਆ। ਬੋਲ ਚਾਲ ਤੇ ਰਿਹਾ, ਵਾਈ ਵੱਖਰੀ ਹੋ ਗਈ। ਅੱਛਾ ਜੀ। ਉਹ ਹੁਣ 35 ਕਿੱਲੇ ਉਹਨਾਂ ਨੂੰ ਬਰਾਦਰੀ 'ਚ ਬਿਠਾ ਕੇ ਲਿਖ ਲਗਾ ਕਰਕੇ ਉਹਨਾਂ ਨੂੰ ਦੇ ਦਿੱਤੇ। ਅੱਛਾ। ਹੁਣ ਇਹ ਸੀ ਕਿ ਮੇਰੇ ਜਿਹੜੇ ਦਾਦਾ ਉਸਾਵਾ ਸੀ ਨਾ, ਹਾਂਜੀ, ਉਹਨਾਂ ਦੇ ਮੁੰਡੇ ਜਿਹੜੇ ਸਨ ਉਹਨਾਂ ਦੀ ਕੋਈ ਕਰੈਕਟਰ ਅੱਛਾ ਨਹੀਂ ਸੀ। ਅੱਛਾ ਜੀ। ਪਿੰਡ 'ਚ ਫਿਰਨਾ, ਅਵਾਰਾ ਮੁੰਡਿਆਂ ਨਾਲ ਫਿਰਨਾ, ਅਤੇ ਵਸਾਵਾ ਸਿੰਘ ਦੀ ਆਦਤ ਭੈੜੀ ਸੀ, ਸ਼ਰਾਬ ਪੀਂਦਾ ਸੀ। ਮੇਰੇ ਦਾਦਾ ਜੀ ਉਹਨੂੰ ਮਨ੍ਹ ਕਰਦੇ ਰਹੇ ਕਿ ਨਾ ਅਸੀਂ ਨਾਮਧਾਰੀ ਹਾਂ, ਸਾਡੇ ਕੋਈ ਪਰਿਵਾਰ ਸ਼ਰਾਬ ਨਹੀਂ ਪੀਂਦਾ, ਚੰਗੇ ਸਾਰਾ। ਪਰ ਉਹ ਮੰਨਦਾ ਨਹੀਂ ਸੀ ਹੁੰਦਾ, ਉਹ ਸਮਝਾਉਂਦੇ ਰਹੇ। ਅਵਸਥਾ ਬਿਰਧ ਹੋਣ ਦੇ ਨਾਲ ਗੁੱਸਾ ਹੌਲੀ ਹੌਲੀ ਤਾਕਤ ਵੀ ਘੱਟਦੀ ਗਈ, ਉਹ ਨਜ਼ਰ ਵੀ ਘੱਟ ਹੋ ਗਈ ਉਹਨਾਂ ਦੀ। ਪਰ ਉਹ ਨਿਤਨੇਮ ਨਹੀਂ ਛੱਡਿਆ। ਉਹਨਾਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ, ਆਪਣਾ ਇੱਜ਼ਤਾਂ ਪ੍ਰਤੀ ਸਾਰਾ ਮੇਰੇ ਦਾਦੀ ਦਾ ਇਹ ਕੰਮ ਸੀ, ਉਹ ਜਿਸ ਤਰ੍ਹਾਂ ਚੱਲਦਾ ਰਿਹਾ। ਇੱਕ ਦਿਨ ਦੀ ਗੱਲ ਹੈ ਕਿ ਸਾਡੇ ਘਰ ਤਖਾਣ ਆਇਆ। ਉਸ ਵਕਤ ਨਾ ਜਿਹੜੇ ਕਾਮੇ ਸਨ ਨਾ, ਕੰਮੀ, ਉਹ 6-6 ਮਹੀਨੇ ਬਾਅਦ ਹੀ ਲੈਂਦੇ ਸਨ, ਲੋਕਾਂ ਕੋਲ ਦਾਣੇ ਲੈਂਦੇ ਸਨ। ਪੈਸਾ ਧੇਲਾ ਨਹੀਂ ਸੀ ਹੁੰਦਾ। ਹਲ ਟੁੰਬਣੇ, ਫਾਲੇ ਬਣਾਉਣੇ, ਹੋਰ ਘਰਾਂ ਘਰ ਦਾ ਕੰਮ, ਕੋ ਮੰਜੀ ਟੁੱਟ ਗਈ ਠੋਕ ਕੇ ਘਰ ਆਉਣਾ, ਜਾਂ ਹੋਰ ਜੋ ਤਰਖਾਣ ਦਾ ਹੁੰਦਾ ਕੰਮ, ਲੁਹਾਰਾ ਕੰਮ ਤਰਖਾਣਾ ਕੋਈ ਕਰਦਾ ਸੀ ਘਰ, ਤਰਖਾਣਾ ਵੀ ਅਤੇ ਲੁਹਾਰਾ ਵੀ। ਉਹ ਮੇਰੇ ਦਾਦਾ ਜੀ ਕੋਲ ਆਇਆ, ਕਹਿਣ ਲੱਗਾ ਬਾਪੂ ਜੀ ਅਗਰ ਤੁਸੀਂ ਮੇਰੀ ਕੁਝ ਮਦਦ ਕਰੋ ਅਤੇ ਮੈਂ ਇੱਥੇ ਖਰਾਸ ਲਾ ਲਾਂ। ਖਰਾਦ? ਹਾਂ। ਭਈ ਉਹ ਚੱਕੀ ਹੁੰਦੀ ਸੀ, ਦਾਣੇ ਪੀਣ ਵਾਲਾ ਹੁੰਦਾ ਸੀ। ਬਲਦਾਂ ਨੂੰ ਜੋੜ ਕੇ ਉਹ ਵੱਡੇ ਕੋਲ ਜੋੜ ਕੇ ਹੁੰਦੇ ਸਨ। ਉਸ ਵਕਤ ਸਕੀਮ ਨਿਕਲੀ ਸੀ, ਉਹਨੂੰ ਪਤਾ ਲੱਗਾ, ਉਹ ਉਹਨੇ ਖਰਾਸ ਪਿੰਡ ਦੇ ਵਿੱਚ ਲਾ ਲਿਆ। ਅੱਛਾ ਜੀ। ਸੁੱਖ ਹੋ ਗਿਆ। ਹੁਣ ਪਿੰਡ ਦੇ ਲੋਕਾਂ ਨੂੰ ਹੱਥੀਂ ਆਟਾ ਪੀਸਣ ਦਾ ਪਿਆ ਸੀ, ਕੰਮ ਛੁੱਟ ਗਿਆ। ਅੱਗੇ ਤੇ ਬੜਾ ਔਖਾ ਹੁੰਦਾ ਸੀ। ਪਹਿਲਾਂ ਸਵੇਰ ਉੱਠ ਕੇ ਚੱਕੀ ਪੀਣੀ, ਆਟਾ ਪੀਣਾ। ਬਲਦਾਂ ਵਾਸਤੇ ਵੀ ਦਾਣਾ ਜਿਹੜਾ ਸੀ ਕੀਤਾ ਸੀ। ਘਰ ਵਿੱਚ ਦਾਲ ਹੁੰਦੀ ਸੀ ਕਿ ਉਹਨੇ ਵੀ ਦਾਲ ਜਿਹੜੀ ਸੀ, ਬਾਜ਼ਾਰੋਂ ਤੇ ਜ਼ਿਮੀਂਦਾਰ ਬਾਜ਼ਾਰੋਂ ਕੋਈ ਚੀਜ਼ ਨਹੀਂ ਸੀ ਲੈਂਦਾ।
ਹਰ ਜ਼ਮੀਂਦਾਰ ਜਿਹੜਾ ਸੀ ਆਪਣੀ ਖੇਤੀ ਦੇ ਵਿੱਚ ਕਮਾਲ, ਜਿਵੇਂ ਅਗਲੇ ਗੰਨਾ ਬੋਲਦੇ ਹਨ, ਹਾਂਜੀ ਹੁੰਦਾ ਸੀਗਾ। ਅੱਛਾ ਹਰ ਜ਼ਿਮੀਂਦਾਰ ਦੀ ਆਪਣੀ ਕੁਹਾੜੀ ਹੁੰਦੀ ਸੀ, ਅਸੀਂ ਵੇਲਣਾ ਕਹਿੰਦੇ ਸਨ ਉੱਥੇ। ਅੱਛਾ ਜੀ ਉਹ ਆਪ ਗੁੜ ਬਣਾਉਂਦਾ ਸੀ, ਗੁੜ ਸ਼ੱਕਰ। ਅੱਛਾ ਗੁੜ ਸ਼ੱਕਰ ਨਾਲ ਭਰੋਲੇ। ਉਸ ਵਕਤ ਜਿਹੜਾ ਸਮਾਨ ਜਾਂ ਅਸੀਂ ਅਨਾਜ ਆਪਣਾ ਦਾਲਾਂ ਜਾਂ ਕਣਕ ਜਿਹੜੀ ਆਪਣੇ ਲਈ ਰੱਖਦੇ ਸਾਂ, ਬਾਕੀ ਮੰਡੀ 'ਚ ਸੁੱਟਦੇ ਸਾਂ, ਉਹ ਭਰੋਲਿਆਂ ਦੇ ਵਿੱਚ ਹੀ ਹੁੰਦੀ ਸੀ। ਅੱਛਾ ਜੀ ਉਸ ਵਕਤ ਇਹ ਹੁੰਦਾ ਸੀ, ਕੋਈ ਵੀ ਸਾਧਨ ਨਹੀਂ ਸੀਗਾ ਜਾਣ ਸਟੋਰ ਕਰਨ ਦਾ। ਉਸ ਵਕਤ ਜਿਹੜੀ ਅਸੀਂ ਮੰਡੀਆਂ ਬਹੁਤੀਆਂ ਵੱਡੀਆਂ ਨਹੀਂ, ਛੋਟੀਆਂ ਛੋਟੀਆਂ ਹੀ ਹੁੰਦੀਆਂ ਸਨ, ਜਿਹੜਾ ਦੂਰ ਹੁੰਦੀਆਂ ਸਨ, ਤੇ ਖੋਤਿਆਂ ਤੇ ਲੱਦ ਕੇ ਅਸੀਂ ਸਮਾਨ ਖੜਦੇ ਸੀ। ਅੱਛਾ ਜਿਹੜੀ ਫਸਲ ਹੁੰਦੀ ਸੀ ਨਾ ਘੁਮਿਆਰਾਂ, ਉਹ ਖੁੱਡੀਆਂ ਦੇ ਵਿੱਚੋਂ ਉਹਦੇ ਨਾਲ ਹੀ ਜਾਂਦੇ ਸਨ। ਠੀਕ ਹੈ। ਉਸ ਵਕਤ ਦਾ ਜਿਹੜਾ ਪੈਮਾਇਸ਼ ਪਾਣਾ ਸੀ ਨਾ, ਹਾਂਜੀ ਸਾਡਾ ਘਰੇਲੂ ਜ਼ਮੀਂਦਾਰਾਂ ਦਾ, ਉਹਨੂੰ ਟੋਪੀ ਤੋਂ ਸ਼ੁਰੂ ਹੁੰਦਾ ਸੀ। ਅੱਛਾ ਜੀ ਟੋਪੀ, ਪੜੋਪੀ, ਟੋਪਾ ਤੇ ਦੜੋਪਾ। ਟੋਪੀ ਛੋਟੀ ਹੁੰਦੀ ਸੀ, ਜਿਵੇਂ ਕੋਈ ਦੂਸਰਾ ਥੋੜਾ ਦਾਣਾ ਹੋਣਾ, ਤੇ ਜਿਹੜਾ ਟੋਪੀ, ਪੜੋਪਾ ਪੜੋਪੀ ਹੁੰਦਾ ਸੀ, ਉਹ ਸ਼ੇਰ ਦਾ ਹੁੰਦਾ ਸੀਗਾ। ਅੱਛਾ ਕੀ ਕਹਿੰਦੇ ਦੜੋਪਾ, ਟੋਪੀ ਪੜੋਪੀ ਤੇ ਟੋਪਾ ਤੇ ਦੜੋਪਾ। ਅੱਛਾ ਪਮਾਨੇ ਹੁੰਦੇ ਸੀਗੇ ਇਹ ਬਰਤਨ ਹੁੰਦੇ ਸਨ ਪੈਮਾਸ਼ ਤੇ। ਅੱਛਾ ਜੀ ਤੇ ਉਹਦੇ ਨਾਲ ਅਸੀਂ ਕਿਸੇ ਨੂੰ ਦਾਣੇ ਦੇਣੇ ਹੁੰਦੇ ਸਨ, ਤੇ ਉਹ ਪੜੋਪਿਆਂ ਦੜੋਪਿਆਂ ਨਾਲ ਮੋਣਗੀ ਦਿੰਦੇ ਸਨ। ਕਈ ਦਫਾ ਅਸੀਂ ਬੋਲ ਜਿਹੜਾ ਸੀ ਉਹ ਦੜੋਪਿਆਂ ਨਾਲ ਹੀ, ਉਸ ਵਕਤ ਤੋਲ ਤੇ ਖਾਣ ਹੁੰਦੇ ਸਨ ਜ਼ਰੂਰ, ਦੂਸਰਾ ਤੋੜਨ ਵਾਲੇ ਕੰਡੇ, ਪਰ ਘੱਟ ਹੁੰਦੇ ਸਨ। ਉਸ ਵਕਤ ਦਾ ਜਿਹੜਾ ਵਜ਼ਨ ਹੁੰਦਾ ਸੀ ਨਾ, ਸ਼ੁਰੂ ਤੋਂ ਹੁੰਦਾ ਸੀ ਛਟਾਕੀ, ਅੱਧੀ ਛਟਾਕੀ, ਅੱਧ ਪਾ ਤੇ ਪਾ, ਅੱਧਾ ਕਿਲੋ ਤੇ ਕਿਲੋ, ਮਤਲਬ ਸ਼ੇਰ ਹੁੰਦੇ ਸਨ। ਸ਼ੇਰ ਇਸ ਤਰ੍ਹਾਂ ਉਹਦੇ ਬਾਅਦ 5 ਕਿਲੋ, ਫਿਰ 10 ਕਿਲੋ, 20 ਕਿਲੋ, 40 ਕਿਲੋ ਨੂੰ ਮਣ ਬਣਾਇਆ। ਮਣ ਤੋਂ ਬਾਅਦ ਹੁੰਦਾ ਸੀ ਮਾਣੀ। ਮਾਣੀ ਨੂੰ 9 ਮਣਾਂ ਦੀ ਜਿਹੜੀ ਹੁੰਦੀ ਸੀ, ਉਹਨੂੰ ਮਾਣੀ ਕਹਿੰਦੇ ਸਨ। ਅੱਛਾ ਜੀ ਹੁਣ ਜਿਵੇਂ ਕੁਇੰਟਲ ਕਹਿੰਦੇ ਨੇ, ਸਾਡੇ ਉਸ ਵਕਤ ਪੈਦਾਵਾਰ ਜ਼ਮੀਨਾਂ ਦੀ ਹੁੰਦੀ ਸੀ ਜ਼ਮੀਂਦਾਰਾਂ ਦੀ, ਕਿ ਫਲਾਣੇ ਜ਼ਮੀਨ ਦੀ ਇੰਨੀ ਮਾਣੀ ਦਾਣੇ ਹੋਏ ਨੇ। ਅੱਛਾ ਦਾਲਾਂ ਹਰ ਜਿਹੜਾ ਕਿਸਾਨ ਬੀਜਦਾ ਸੀਗਾ, ਜ਼ਿਆਦਾਤਰ ਛੋਲੇ ਮਸਰ ਵੀ ਬੀਜਦੇ ਸਨ। ਸਬਜ਼ੀਆਂ ਥੋੜ੍ਹੀਆਂ ਥੋੜ੍ਹੀਆਂ ਸਾਰਿਆਂ ਨੇ ਲਾਈਆਂ ਹੁੰਦੀਆਂ ਸਨ। ਸਬਜ਼ੀ ਜਿਹੜੀ ਉੱਥੇ ਬਾਜ਼ਾਰ ਕੋਈ ਨਹੀਂ ਸਨ ਹੁੰਦੇ, ਜਾਂ ਅਸੀਂ ਸ਼ਹਿਰ ਦੂਰ ਹੁੰਦੇ ਸਨ, ਸੜਕਾਂ ਕੱਚੀਆਂ ਹੁੰਦੀਆਂ ਸਨ, ਲੋਕ ਪੈਦਲ ਚੱਲਦੇ ਸਨ, ਸਰੀਰ ਤਗੜੇ ਸਨ। ਸ਼ਹਿਰ 8-8 ਮੀਲ ਦੂਰ ਹੁੰਦੇ ਸਨ, ਉੱਥੇ ਜਾਣਾ, ਪੈਦਲ ਜਾਣਾ, ਪੈਦਲ ਆਉਣਾ। ਇਹ ਉਦੋਂ ਹੀ ਜਾਂਦੇ ਸਨ ਜਦੋਂ ਜ਼ਮੀਂਦਾਰ ਕੋਈ ਵਿਆਹ ਸ਼ਾਦੀ 'ਚ ਕੋਈ ਖਰੀਦਣਾ ਹੋਵੇ। ਸ਼ਾਦੀਆਂ ਦੇ ਵਿੱਚ ਜਿਹੜੀ ਖੁਰਾਕ ਹੁੰਦੀ ਸੀ, ਹੁਣ ਤੇ ਟੈਂਟ ਲੱਗਦੇ ਨੇ, ਕੋਈ ਟੈਂਟ ਟੂਟ ਨਹੀਂ ਸੀ ਹੁੰਦਾ। ਇੰਝ ਹੁੰਦਾ ਸੀ ਘਰਾਂ ਦੇ ਵਿੱਚ ਜਿਹੜੇ ਕੱਪੜੇ ਹੁੰਦੇ ਸਨ, ਉਹ ਇੰਝ ਹੁੰਦਾ ਸੀ, ਸਾਡੇ ਜਿਹੜੇ ਜੁਲਾਏ ਸਨ ਨਾ, ਉਹ ਕੱਪੜਾ ਬੁਣਦੇ ਸਨ। ਖੇਸ, ਕੰਬਲ ਹੋ ਗਏ, ਤੇ ਵੱਡੇ ਬਟਨ ਜਿਨ੍ਹਾਂ 'ਚ ਅਸੀਂ ਪੱਡਾਂ ਬਣ ਕੇ ਤੂੜੀ ਤਾੜੀ ਵੀ ਲਿਆਉਂਦੇ ਸਾਂ। ਅੱਛਾ ਉਹੀ ਬਣਾਉਂਦੇ ਸਾਂ। ਉਹ ਖੱਦਰ ਦੇ ਅਸੀਂ ਕੱਪੜੇ ਵੀ ਸਵਾਉਂਦੇ ਸਾਂ। ਦੇਸੀ ਖੱਦਰ ਵੀ ਹੈਗਾ ਸੀ, ਜਿਹੜਾ ਪਰਿਵਾਰ ਅੱਛਾ ਸੀ ਉਹ ਪਾਉਂਦਾ। ਉਸ ਵੇਲੇ ਕੱਪੜਾ ਜਿਹੜਾ ਸੀ ਨਾ, ਇੰਨੇ ਖਿਲਾਰ ਨਹੀਂ ਸੀ ਹੁੰਦਾ। ਵਿਆਹ ਸ਼ਾਦੀਆਂ 'ਚ ਜੇ ਅਸੀਂ ਖੁਸ਼ੀ ਕੱਪੜਾ ਚੰਗਾ ਲਿਆਉਣਾ ਹੁੰਦਾ ਸੀ, ਸ਼ਹਿਰ ਜਾਂਦੇ ਸਾਂ, ਉਸ ਵਕਤ ਬੋਸਕੀ ਹੁੰਦੀ ਸੀ। ਬੋਸਕੀ ਦਾ ਕੱਪੜਾ ਕਹਿ ਦਿੰਦੇ ਨੇ। ਬੋਸਕੀ ਹੁੰਦੀ ਸੀਗੀ। ਔਰਤਾਂ ਵਾਸਤੇ ਸ਼ਨੀਲ ਦਾ ਹੁੰਦਾ ਸੀ। ਅੱਛਾ ਜੀ ਸ਼ਨੀਲ ਲੈਣੀ ਜਾਂ ਮਲੇਸ਼ੀਆ ਦਾ ਕੱਪੜਾ ਹੁੰਦਾ ਸੀਗਾ। ਉਹ ਮਤਲਬ ਉਹਦੇ ਕੱਪੜੇ ਸਵਾਣੇ, ਕੋਈ ਖਾਸ ਨਹੀਂ ਸੀ ਹੁੰਦਾ। ਅਮੂਮਨ ਲੋਕ ਚਾਦਰਾਂ ਨਾਲ ਬਣਦੇ ਸਨ। ਇਲਾਕੇ ਵਿੱਚ ਚਾਦਰਾਂ ਬਣਦੇ ਸਨ।
ਕੋਈ ਸਾਡਾ ਪਰਿਵਾਰ ਤੇ ਪਜਾਮੇ ਪਾਉਂਦਾ ਸੀ, ਘੋਟਵੇਂ ਹੁੰਦੇ ਸਨ, ਉਹ ਲੱਠੇ ਦੇ ਹੁੰਦੇ ਸਨ। ਅੱਛਾ ਜੀ। ਲੱਠਾ 2 ਚਾਬੀਆਂ ਦਾ ਉਹ ਕਹਿੰਦੇ ਸਨ, ਉਹ ਮਸ਼ਹੂਰ ਉਹਦੇ ਹੁੰਦੇ ਸਨ। ਉਹ ਲੱਠਾ ਵੀ ਲੋਕੀ ਲਿਆਉਂਦੇ, ਜਿਹੜੇ ਜਿਹੜੇ ਚ ਆਮ ਆਦਮੀ ਨਹੀਂ ਸਨ, ਉਹ ਇਸ ਤੇ ਗੁਜ਼ਾਰਾ ਕਰਦੇ ਸਨ। ਤੇ ਇਹੋ ਜਿਹਾ ਰਿਵਾਜ, ਕੱਚੀਆਂ ਸੜਕਾਂ ਹੁੰਦੀਆਂ ਸਨ, ਚੱਲਣਾ ਔਖਾ ਸੀ। ਸਕੂਲ ਪਿੰਡਾਂ, ਵੱਡੇ ਪਿੰਡਾਂ ਵਿੱਚ ਪ੍ਰਾਇਮਰੀ ਤੱਕ ਹੁੰਦੇ ਸਨ, ਨਹੀਂ ਤੇ ਦੂਰ ਜਾ ਕੇ ਮਿਡਲ ਤੱਕ ਬਹੁਤ ਜ਼ਿਆਦਾ। ਜੇ 10ਵੀਂ ਕਰਨੀ ਹੁੰਦੀ ਸੀ, ਸਭ ਤੋਂ ਜ਼ਿਆਦਾ ਵੱਡੀ ਮੈਟ੍ਰਿਕ ਹੀ ਸੀ। ਉਦੋਂ ਬਾਅਦ FA ਸ਼ੁਰੂ ਹੁੰਦੀ ਜਾਂ BA ਹੁੰਦੀ ਸੀ, ਇਹਦੋਂ ਤੱਕ ਕੋਈ ਨਹੀਂ ਸੀ ਜਾਂਦਾ। ਪਹਿਲਾਂ ਜੱਟਾਂ ਦਾ ਮੁੰਡਾ ਤੇ ਕੁਦਰਤੀ ਪੜ੍ਹਦਾ ਹੀ ਨਹੀਂ ਸੀਗਾ। ਬੜੀ ਅਨਪੜ੍ਹਤਾ ਸੀਗੀ। ਉਦੋਂ ਜ਼ਮੀਨਾਂ ਵੀ ਹੁੰਦੀਆਂ ਸੀ ਨਾ, ਜ਼ਮੀਨਾਂ ਹੁੰਦੀਆਂ ਸੀ, ਕੰਮ ਆਪਦੇ ਹੁੰਦੇ ਸੀਗੇ, ਤਾਂ ਕਰਕੇ ਪੜ੍ਹਨ ਦੀ ਲੋੜ ਨਹੀਂ ਸੀ ਪੈਂਦੀ। ਇਹਦੋਂ ਵੱਡੀ ਗੱਲ ਸੀ, ਜਾਗਰਤਾ ਨਹੀਂ ਸੀਗੀ। ਜਿਹੜੀ ਪੜ੍ਹਨ ਦੀ ਸੀ ਨਾ, ਪੜ੍ਹਾਈ ਦੀ ਜਾਗਰਤਾ ਨਹੀਂ ਸੀ। ਜਿਹੜਾ ਪਰਿਵਾਰ ਪੜ੍ਹਿਆ ਸੀ ਉਹਨੂੰ ਤੇ ਥੋੜ੍ਹੀ ਜਿਹੀ ਇਲਮ ਸੀਗਾ ਕਿ ਬਈ ਪੜ੍ਹਾਈ ਅੱਛੀ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਖਤ ਪੜ੍ਹਾਉਣੇ ਤੋਂ ਪੈਂਦੇ ਸਨ, ਜਾ ਕੇ ਲੋਕਾਂ ਦੇ ਕੋਲ ਪੜ੍ਹੇ ਘਰ ਜਾ ਕੇ, ਆਹ ਜਿਹੜਾ ਬੱਚਾ ਮੇਰਾ ਖਤ ਪੜ੍ਹ ਨਹੀਂ, ਆਹ ਖਤ ਲਿਖ ਨਹੀਂ। ਜੱਟਾਂ ਦੇ ਬੱਚੇ ਘੱਟ ਪੜ੍ਹਦੇ ਸਨ। ਵਿਚਾਰੇ ਜਿਹੜੇ ਮਜ਼ਦੂਰ ਤਬਕਾ ਸੀ, ਉਹ ਤੇ ਹੈ ਹੀ ਹੈ, ਉਹਨਾਂ ਨੇ ਤਾਂ ਪੜ੍ਹਨਾ ਹੀ ਕੀ ਸੀ। ਮੋਚੀ ਸਨ, ਮਹਿਰੇ ਸਨ, ਜਿਹੜੇ ਜ਼ਿਮੀਂਦਾਰਾਂ ਦੇ ਉੱਤੇ ਪਾਲਦੇ ਸਨ। ਪਸ਼ੂ ਡੰਗਰ ਉਹਨਾਂ ਵੀ ਰੱਖੇ ਹੁੰਦੇ ਸਨ। ਕੋਈ ਪੈਸਾ ਦੇ ਕੇ ਨਹੀਂ ਸਨ ਲਿਆਉਂਦੇ, ਕਿਦਾ ਕੰਮ ਕਰ ਜਾਣਾ। ਹੁਣ ਸਾਡੇ ਕੋਲ ਗਏ ਨੇ, ਉੱਥੇ ਪੱਠੇ ਵਧਾਉਂਦੇ ਨੇ, ਵੱਢ ਕੇ ਆਉਂਦੇ, ਆਪਣੀ ਭਰੀ ਬਣਨੀ ਤੇ ਚੁੱਕ ਕੇ ਲੈ ਆਉਣੇ। ਸਾਡੇ ਟੋਕੇ ਦੀ ਪੱਠੇ ਕੁਤਰ ਕੇ ਤੇ ਲੈ ਆਉਣੇ। ਇੱਕ ਡੰਗਰ ਰੱਖਿਆ ਹੁੰਦਾ ਸੀ ਆਪਣਾ, ਦੁੱਧ ਦਾ ਸਿਲਸਿਲਾ, ਦੁੱਧ ਮੁੱਲ ਤੇ ਵਿਕਦਾ ਨਹੀਂ ਸੀ। ਨਹੀਂ, ਲੋਕਾਂ ਦੇ ਦਿਲ ਖੁੱਲ੍ਹੇ ਸੀ ਉਦੋਂ, ਦਿਲ ਬਹੁਤ ਜ਼ਿਆਦਾ ਵੱਡੇ ਸੀ ਲੋਕਾਂ ਦੇ। ਜਿਹੜੇ ਚਮਿਆਰ ਸਨ, ਉਹ ਜੁੱਤੀਆਂ ਬਣਾਉਂਦੇ ਸਨ, ਗੱਡਦੇ ਵੀ ਸਨ, ਉਹ ਸਾਰਿਆਂ ਨੂੰ ਦਿੰਦੇ ਸਨ। ਪਿੰਡ ਜਿਹੜੀ ਜੁੱਤੀ ਪਾਉਂਦੇ ਸਨ ਲੋਕੀ, ਉਦੋਂ ਦੇਸੀ ਜੁੱਤੀ ਹੁੰਦੀ ਸੀ, ਉਹ ਪੈਸੇ ਨਹੀਂ ਸਨ ਲੈਂਦੇ ਹੁੰਦੇ। ਤੇ ਛਮਾਈ ਬੱਧੀ ਹੁੰਦੀ ਸੀ, ਕਿਸੇ ਨੂੰ ਇੰਨੇ ਦਾਣੇ ਦੇਣੇ ਨੇ, ਕਿਸੇ ਨੂੰ ਇੰਨੇ ਦੇਣੇ ਨੇ, ਸਾਰੇ ਵਾਰੀ ਆਪਣੇ ਆਉਂਦੇ, ਤਰਖਾਣ ਸਾਰੇ ਆਉਂਦੇ। ਕਾਮਿਆਂ ਦੇ ਕੋਲ ਦਾਣੇ ਬੜੇ ਹੁੰਦੇ ਸਨ, ਕੋਠੇ ਭਰ ਜਾਂਦੇ ਉਹਨਾਂ ਦੇ। ਬੜੀ ਮੌਜ ਕਰਦੇ ਸਨ। ਉਸ ਜ਼ਮਾਨੇ ਵਿੱਚ ਕਿਸੇ ਵੀ ਬੰਦੇ ਨੂੰ ਕਿਸੇ ਕਿਸਮ ਦੀ ਜਿਹੜਾ ਫਿਕਰ ਨਹੀਂ ਸੀ ਹੁੰਦਾ ਕਿ ਮੈਂ ਲੜਕੀ ਦੀ ਸ਼ਾਦੀ ਕਰਨੀ ਹੈ ਤੇ ਪੈਸੇ ਕਿੱਥੋਂ ਲਿਆਵਾਂਗਾ। ਅਗਰ ਲੜਕੀ ਦੀ ਸ਼ਾਦੀ ਕੋਈ ਕਮੀ ਕਰਦਾ ਤੇ ਸਾਰਾ ਪਿੰਡ 1 ਰੁਪਈਆ ਉਹਨੂੰ ਦਿੰਦਾ। ਉਹਦੀ ਬੜੀ ਧੂਮ-ਧਾਮ ਨਾਲ ਸ਼ਾਦੀ ਹੋ ਜਾਂਦੀ। ਕਮੀਆਂ ਪ੍ਰਤੀ ਜ਼ਿਮੀਂਦਾਰਾਂ ਦਾ ਉੱਥੇ ਪਿਆਰ ਬੜਾ ਸੀ, ਕਿਸੇ ਨੇ ਬੁਰਾ ਲਫ਼ਜ਼ ਨਹੀਂ ਸਨ ਬੋਲਦੇ। ਕੰਮ ਜਿਹੜਾ ਸੀ ਬਤਵਾਸਰ ਸਾਰੇ ਪਿੰਡ ਦੇ ਕਿਸ ਤਰ੍ਹਾਂ ਦਾ ਚੱਲਦਾ ਸੀਗਾ। ਮੇਰੇ ਦਾਦਾ ਜੀ ਨੇ ਵਿਚਾਰ ਬਣਾਇਆ, ਉਹ ਪੈਸੇ ਵਿੱਚ ਖਰਾਬ ਗਿਆ, ਉਹ ਕੰਮ ਚੱਲਣ ਲੱਗ ਪਿਆ, ਲੋਕ ਪਿੰਡ 'ਚ ਬੜੀ ਖੁਸ਼ੀ ਹੋ ਗਈ। ਹੁਣ ਮੇਰੇ ਪਾਪਾ ਜੀ ਨੇ ਜਿਹੜੀ ਤਾਲੀਮ ਹਾਸਲ ਸਕੂਲੀ ਕੀਤੀ ਸੀ, ਉਹ ਤੇ 10ਵੀਂ ਤੱਕ ਸੀਗੀ। ਧਾਰਮਿਕ ਜਿਹੜੀ ਵਿੱਦਿਆ ਉਹਨੇ ਹਾਸਲ ਕੀਤੀ ਹੈ ਆਪਣੇ ਘਰ ਵਿੱਚੋਂ, ਮਾਤਾ ਪਿਤਾ ਕੋਲੋਂ ਕੀਤੀ ਹੈ। ਇੰਝ ਹੈ, ਮੇਰੇ ਦਾਦਾ ਜੀ ਹਰ ਸਾਲ ਜੋੜ ਮੇਲਾ ਕਰਦੇ ਸਨ ਤੇ ਅਖੰਡ ਪਾਠ ਰੱਖਦੇ ਸਨ। 3 ਦਿਨ ਜੋੜ ਮੇਲਾ ਚੱਲਦਾ ਸੀ। ਸਾਡੇ ਘਰ ਜਿਹੜੇ ਉਸ ਵਕਤ ਕੀਰਤਨ ਬਾਜੀਆਂ ਨਾਲ ਹੁੰਦੇ ਸਨ, ਜਿਹੜੇ ਸੰਤ ਹੁੰਦੇ ਸਨ ਮਹਾਤਮਾ, ਉਹ ਢੋਲਕੀ ਛਾੜੀਆਂ ਨਾਲ, ਚਿਮਟਿਆਂ ਨਾਲ ਹੁੰਦੇ ਸਨ। ਸਾਡੇ ਘਰ ਸੰਤਾਂ ਦਾ ਗੇੜਾ ਬੜਾ ਰਹਿੰਦਾ ਸੀ। ਸੰਤ ਬੇਲਾ ਸਿੰਘ ਜੀ, ਸੰਤ ਮਨਸ਼ਾ ਸਿੰਘ ਜੀ, ਹੋਰ ਸੰਤ ਢੋਲੀ ਵਾਲੇ ਆਉਂਦੇ ਸਨ, ਜਿਨ੍ਹਾਂ ਕੋਲ ਮੇਰੇ ਪਿਤਾ ਜੀ ਨੇ ਪੜ੍ਹਿਆ। ਇਹਨਾਂ ਦੀ ਲਗਨ ਸ਼ੁਰੂ ਤੋਂ ਹੀ ਧਾਰਮਿਕ ਵਿੱਚ ਸੀਗੀ। ਕਿਸੇ ਸਕੂਲ 'ਚ ਧਾਰਮਿਕ ਵਿੱਦਿਆ ਨਹੀਂ ਪੜ੍ਹੀ ਉਹਨਾਂ ਨੇ, ਆਪਣੇ ਮਾਂ ਪਿਓ ਕੋਲੋਂ ਹੀ ਉਹ ਪੜ੍ਹਿਆ। ਹੌਲੀ ਹੌਲੀ ਮੇਰੇ ਪਿਤਾ ਜੀ ਇਹ ਦਿਮਾਗ ਦੇ ਆਸ਼ੇ ਸਨ, ਸਿਆਣੇ ਸਨ।
ਗੁਜਰਾਂਵਾਲੇ ਆਜ਼ਾਦ ਸਨ। ਗ੍ਰੰਥਾਂ ਨੂੰ ਲੈ ਕੇ ਉਹਨਾਂ ਦਾ ਹਵਾਲਾ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਪੜ੍ਹਨਾ ਸ਼ੁਰੂ ਕਰਤਾ। ਹੌਲੀ ਹੌਲੀ ਗਿਆਨ ਹੁੰਦਾ ਗਿਆ। ਇੱਥੋਂ ਤੱਕ ਗਿਆਨ ਹੁੰਦਾ ਗਿਆ ਕਿ ਮੇਰੇ ਪਿਤਾ ਜੀ ਬਹੁਤ ਵਿਦਵਾਨ ਅੱਛੀ ਬਣ ਗਏ। ਕਥਾ ਕਰਨੀ, ਗੁਰੂ ਗ੍ਰੰਥ ਸਾਹਿਬ ਦੀ ਸੂਰਜ ਪ੍ਰਕਾਸ਼ ਦੀ ਕਥਾ ਕਰਨੀ, ਲੈਕਚਰ ਬੜਾ ਅੱਛਾ ਦਿੰਦੇ ਸਨ। ਮੈਨੂੰ ਯਾਦ ਹੈ ਇੱਕ ਦਫਾ ਸਾਡੇ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦੀ ਬੜੀ ਵੱਡੀ ਕਾਨਫਰੰਸ ਹੋਈ, ਜਿਹਦੇ ਵਿੱਚ ਮੇਰੇ ਪਿਤਾ ਜੀ ਨੂੰ ਵੀ ਬੁਲਾਇਆ ਗਿਆ। ਉਸ ਵਕਤ ਮੇਰੇ ਪਿਤਾ ਜੀ ਨੇ 1 ਘੰਟਾ ਉੱਥੇ ਤਕਰੀਰ ਕੀਤੀ ਸੀਗੀ। ਅੱਛਾ। ਕਿ ਹੋਰ ਮੁਸਲਮਾਨ ਆਸ਼ਤ ਕਰਨ ਲੱਗ ਪਏ, ਕਹਿਣ ਲੱਗੇ ਕਿ ਸਿੱਖ ਵਿਦਵਾਨ ਇੰਨਾ। ਤੇ ਉਦੋਂ ਪਾਪਾ ਜੀ ਦੱਸੋ ਵੀ ਸਿੱਖਾਂ ਦੇ ਮੁਸਲਮਾਨਾਂ ਦੇ ਵਿੱਚ ਵੰਡ ਤੋਂ ਪਹਿਲਾਂ ਪਿਆਰ ਹੁੰਦਾ ਸੀ ਜਾਂ ਕੀ? ਬੜਾ ਪਿਆਰ ਹੁੰਦਾ ਸੀ ਆਪਸ ਵਿੱਚ। ਸਾਡਾ ਪਿੰਡ ਅੱਧਾ ਮੁਸਲਮਾਨਾਂ ਦਾ ਸੀ। ਅੱਛਾ ਜੀ। ਸਾਡਾ ਪਿੰਡ ਬੜਾ ਵੱਡਾ ਸੀਗਾ। ਕੋਈ ਫਰਕ ਨਹੀਂ ਸੀ ਰੱਖਦੇ ਧਰਮ ਦਾ? ਬਿਲਕੁਲ ਦੱਸਣਾ ਆਪਸ ਇੰਨਾ ਪਿਆਰ ਹੁੰਦਾ ਸੀ। ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਜੇ ਮੁਸਲਮਾਨ ਸਾਡੀ ਸ਼ਾਦੀ 'ਚ ਜਾਂਦੇ ਸਨ ਨਾ ਤੇ ਉਹ ਸਾਡਾ ਖਾਣਾ ਪੀਣਾ ਖਾਂਦੇ ਸਨ। ਜਦੋਂ ਉਹਨਾਂ ਦੀ ਸ਼ਾਦੀ ਹੁੰਦੀ, ਵਿਆਹ ਹੁੰਦੀ ਸੀ ਨਾ ਮੁੰਡੇ ਦੀ ਜਾਂ ਧੀ ਦੀ, ਉਹ ਸਾਨੂੰ ਕੱਚਾ ਰਾਸ਼ਨ ਪਿੰਡ ਨੂੰ ਦਿੰਦੇ ਸਨ। ਅੱਛਾ। ਬਕਾਇਦਾ ਉਸ ਤਰ੍ਹਾਂ ਹੀ ਜਿਵੇਂ ਉਹ ਕਿ ਉਸ ਨੂੰ ਕੋਈ ਪਤਾ ਕਿ ਰਾਸ਼ਨ 'ਚ ਕੀ ਹੁੰਦਾ ਸੀ। ਦਾਲਾਂ ਕਣਕ ਹੋਣੀ, ਚੌਲ ਬਣਾਉਂਦੇ ਉਬਲਦੇ। ਅੱਛਾ ਜੀ। ਉਹਨਾਂ ਦੇ ਵਿੱਚ ਘਿਓ ਬੜਾ ਆਮ ਹੁੰਦਾ ਸੀ। ਬਾਲਟੀਆਂ ਦੇ ਵਿੱਚ ਹੋਣਾ, ਕੜਛੀ ਨਾਲ ਪਰ ਜਿੰਨੇ ਕਿ ਜ਼ਰੂਰਤ ਉਹਦੇ ਪਾ ਦੇਣਾ। ਦੇਸੀ ਖੰਡ ਆਉਂਦੀ ਸੀ। ਘਰ ਕਈਆਂ ਥਾਂ ਤੇ ਸ਼ੱਕਰ ਹੀ ਚੱਲਦੀ ਸੀਗੀ, ਪਰ ਦੇਸੀ ਖੰਡ ਵਿਆਹਾਂ 'ਚ ਲਿਆਉਂਦੇ ਸਨ। ਉਹ ਖੰਡ ਸਹੂਲਤ ਲਈ ਜਿੰਨੀ ਕਿਸੇ ਨੂੰ ਜ਼ਰੂਰਤ ਹੋਵੇ, ਜਾਂ ਸਬਜ਼ੀ ਬਹੁਤੀ ਆਲੂਆਂ ਦੀ ਹੁੰਦੀ ਸੀ। ਹੋਰ ਕੋਈ ਇੰਨਾ ਵੱਡਾ ਨਹੀਂ ਸੀ ਹੁੰਦਾ ਜਿਵੇਂ ਹੁਣ ਪੂੜੀਆਂ ਪਾਣੀਆਂ ਤਲੀਆਂ, ਕੜਾਹ ਬਣਾਉਣਾ। ਕੜਾਹ ਤੇ ਬਣਦਾ ਸੀਗਾ, ਕੜਾਹ ਵੀ ਬਣਾਉਂਦੇ। ਬੜਾ ਇਤਫਾਕ ਸੀ ਮੁਸਲਮਾਨਾਂ ਦਾ। ਤੇ ਜਦੋਂ ਫਿਰ ਵੰਡ ਹੋਈ ਹੈ, ਵੰਡ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਨਾ, ਰੌਲਾ ਪੈ ਗਿਆ ਕਿ ਪਾਕਿਸਤਾਨ ਬਣ ਗਿਆ, ਪਾਕਿਸਤਾਨ ਬਣ ਗਿਆ। ਅਸੀਂ ਗੁਜਰਾਂਵਾਲੇ ਸਾਂ। ਅਸੀਂ ਤਾਂ ਪਿੰਡ ਵਿੱਚ ਘੱਟ ਰਹੇ ਹਾਂ। ਮੇਰੇ ਪਿਤਾ ਜੀ ਕਦੀ ਜਾਂਦੇ ਹੁੰਦੇ ਸਨ, ਜਾਂ ਮੇਰੀ ਮਾਂ, ਮੇਰੇ ਤਾਇਆ ਜੀ ਘਰ ਜ਼ਮੀਨ ਕਰਦੇ। ਜਦੋਂ ਅਸੀਂ ਆ ਗਏ ਸਨ, ਉਹਨੂੰ ਆਪਣੀ ਜ਼ਮੀਨ ਕੁਛ ਤੇ ਅਸਾਂ ਠੇਕੇ ਦੇ ਦੇ ਛੜੀ। ਇੱਕ ਹਾਲ ਸਿਰਫ ਸਾਡਾ ਰਹਿ ਗਿਆ ਸੀਗਾ। ਅੱਛਾ ਜੀ। ਜਿਹੜੇ ਮੇਰੇ ਤਾਇਆ ਜੀ ਨੇ ਕਾਫੀ ਕੰਮ ਕਰਦਾ ਸੀ, ਉਹ ਥੋੜ੍ਹਾ ਕਰ। ਮੈਨੂੰ ਪਤਾ ਹੈ ਕਿ ਮੇਰੇ ਤਾਇਆ ਜੀ ਨੇ ਰੇੜਾ ਭਰ ਕੇ ਨਾ ਸਮਾਨ ਦਾ ਲਿਆਉਂਦੇ ਹੁੰਦੇ ਸਨ। ਭਰ ਕੇ ਘਰ ਆਉਣਾ, ਘਰ ਆਉਣਾ ਤੇ ਪਤਾ ਲੱਗਣਾ ਅਸਾਂ ਵੇਖਣਾ ਤਾਇਆ ਜੀ ਆ ਗਏ। ਗੰਨੇ ਲਿਆਉਣੇ, ਗੁੜ ਲਿਆਉਣਾ, ਕਿਉਂ ਗੁੜ ਸ਼ੱਕਰ ਦੇ ਘਰ ਦਾ ਹੀ ਹੁੰਦਾ ਸੀ। ਹਵੇਲੀਆਂ ਭਰੀਆਂ ਹੁੰਦੀਆਂ ਸਨ। ਸਾਡੀ ਜਦੋਂ ਵਾਢੀ ਹੁੰਦੀ ਸੀ ਨਾ, ਉਸ ਵਕਤ ਮਸ਼ੀਨਾਂ ਤੇ ਹੁੰਦੀਆਂ ਨਹੀਂ ਸਨ, ਹੱਥਾਂ ਨਾਲ ਹੁੰਦੀ ਸੀ। ਤੇ ਸਾਡਾ ਰਿਸ਼ਤੇਦਾਰ ਦਾ ਸੰਪਰਕ ਆਪਸ ਬਣਿਆ ਸੀਗਾ। ਉਹ ਇਕੱਠੇ ਹੋ ਕੇ ਇੱਕ ਵਾਰੀ ਲੋਕਾਂ ਦੀ ਵਾਢੀ ਕਰਦੇ ਸਨ। ਉਸ ਵਾਢੀ ਦੇ ਵਿੱਚ ਇਸੇ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਜਿਹੜਾ ਸੀ ਘਿਓ ਸੀ ਉਹ ਸਾਂਭ ਕੇ ਰੱਖਦੇ ਸਨ। ਵਾਢੀ ਵੇਲੇ ਕੰਮ ਆਊਗਾ। ਬਈ ਵਾਢੀ ਕੰਮ। ਮੈਨੂੰ ਪਤਾ ਹੈ ਕਿ ਮੇਰੀ ਦਾਦੀ ਜੀ ਐਡੀ ਵੱਡੀ ਚਾਟੀ ਸੀ, ਘਿਓ ਦੀ ਭਰੀ। ਉਹਦਾ ਸੀ ਲੂਣ ਸੱਟਿਆ ਹੁੰਦਾ ਸੀਗਾ ਤਾਂ ਖਰਾਬ ਨਾ ਹੋਵੇ। ਪਾਕਿਸਤਾਨ ਦਾ ਲੂਣ ਜਿਹੜਾ ਵੱਡੇ ਵੱਡੇ ਢੇਲੇ ਸੱਟੇ ਹੁੰਦੇ ਸਨ। ਅੱਛਾ ਜੀ। ਤੇ ਉਹ ਕੋਈ ਨਹੀਂ ਹੁੰਦਾ ਸੀ ਕਿ ਉਹ ਖਰਾਬ ਨਹੀਂ ਸੀ ਹੁੰਦਾ, ਭਾਵੇਂ ਕਿੰਨੇ ਸਾਲ ਪਿਆਰ ਹੋਵੇ। ਵਾਢੀਆਂ ਦੇ ਵਿੱਚ ਸ਼ੱਕਰ ਘਿਓ ਚੱਲਣਾ, ਦਾਲ ਲੋਕਾਂ ਨੂੰ ਖਾਣਾ ਬਣ। ਇਸੇ ਕਰਕੇ ਸਿਹਤ ਤੰਦਰੁਸਤ, ਪਰਿਵਾਰ ਸ਼ਾਂਤੀ ਹੋਇਆ। ਇੰਝ
ਮੇਰੇ ਦਾਦਾ ਜੀ ਸਿਹਤ ਕੋ ਢਿੱਲੀ ਹੁੰਦੀ ਗਈ, ਉਹਨਾਂ ਦਾ ਦੇਹਾਂਤ ਹੋ ਗਿਆ। ਮੇਰੇ ਤਾਇਆ ਜੀ ਦੇ ਹੁੰਦੇ ਹੀ ਜ਼ਮੀਨ ਦੀ ਖਾਸ ਘੱਟ ਹੋ ਗਈ, ਜਿਸ ਤੋਂ ਵੱਢ ਹੋ ਗਿਆ ਸਨ। ਅਸੀਂ ਕੁਝ 15 ਕਿੱਲੇ ਜ਼ਮੀਨ ਤੇ ਗਹਿਣੇ ਦੇ ਦਿੱਤੇ ਸੀ ਫਤਿਹ ਸਿੰਘ ਨੂੰ, ਬਾਕੀ 20 ਕਿੱਲੇ ਸਾਡੇ ਕੋਲ ਰਹਿ ਗਏ ਸੀ, ਤੇ ਅਸੀਂ 20 ਕਿੱਲੇ ਨਹੀਂ ਬੋਲਾ ਮੇਰੇ ਤਾਇਆ ਜੀ ਨੇ ਕਿਹਾ ਕਿ ਅਸੀਂ ਥੋੜ੍ਹੀ ਜਿਹੀ ਰੱਖਣੀ ਆ, ਆਪਣੇ ਕੋਈ ਘਰ ਰੱਖਿਆ ਵੀ, ਬਾਕੀ ਜ਼ਮੀਨ ਅਸੀਂ ਦੇ ਦਿੱਤੀ ਸੀ, ਇੱਕ ਦਿੱਤੀ ਸੀ, ਠੇਕਾ ਲੈ ਲੈਂਦੇ ਸਾਂ, ਠੇਕਾ ਵਾਲੀ ਸ਼ਹਿਰ ਸਾਡਾ ਖਰਚਾ ਪੱਖਾ ਚੱਲਦਾ ਰਹਿੰਦਾ ਸੀ। ਹੋਇਆ ਇੰਝ ਅਸੀਂ ਦਾਦਾ ਜੀ ਦਾ ਸੰਸਕਾਰ ਕੀਤਾ, ਬੜਾ ਅਫਸੋਸ ਹੋਇਆ। ਸਾਰਾ ਪਿੰਡ ਜਿਹੜਾ ਸੀ, ਸਾਡੇ ਪਿੰਡ ਦੇ ਨਾਲ ਕੋਈ 12 ਪਿੰਡ ਸਨ। ਮੇਰੇ ਦਾਦਾ ਜੀ ਦਾ ਬੜਾ ਤਗੜਾ ਦੋਸਤ ਸੀਗਾ, ਹੋਰ ਉੱਥੇ ਜ਼ੈਲਦਾਰ ਸੀਗਾ, ਮੇਰੇ ਦਾਦਾ ਜੀ ਦਾ ਬੜਾ ਪਿਆਰ ਸੀ। ਉਹ ਉਸ ਵਕਤ ਵੀ ਸਾਡੇ ਘਰ ਜ਼ੈਲਦਾਰ ਸਾਹਿਬ ਦੇ ਤੇ ਦਾਦਾ ਬੜੇ ਹੋਏ, ਕਿਉਂ ਸਾਡੇ ਕੋਲ ਮੇਲਾ ਰੌਣਕ ਲੱਗੀ ਹੁੰਦੀ ਸੀ। ਅਸੀਂ ਹਰ ਸਾਲ ਅਖੰਡ ਪਾਠ ਕਰਾ ਕੇ ਜੋੜ ਮੇਲਾ ਕਰਦੇ ਸਾਂ, ਦਿਨ ਦਿਨ ਲੰਗਰ ਚੱਲਦਾ ਰਹਿੰਦਾ ਸੀ। ਕੁਛ ਡਰ ਉਹਨਾਂ ਨੂੰ ਸੀ, ਮੇਰੇ ਦਾਦੇ ਦੇ ਭਰਾ ਨੂੰ, ਉਹ ਮੁੰਡਿਆਂ ਨੂੰ ਕਿ ਭਾਈ ਉਹਨਾਂ ਦਾ ਤਾੜਦੇ ਰਹਿੰਦੇ ਸਨ, ਕੋਈ ਗੱਲ ਆਉਂਦੀ, ਕੋਈ ਲਾਮਾ ਦਿੰਦਾ ਤਾਂ ਆ ਕੇ ਹੁਣ ਬੁਲਾ ਕੇ ਉਹਨਾਂ ਨੂੰ ਤਾੜਦੇ। ਹੁਣ ਨਾ ਉਹਨਾਂ ਦਾ ਡਰ ਵੀ ਹੌਲੀ ਹੌਲੀ ਖਤਮ ਹੋ ਗਿਆ। ਕੁਛ ਸਾਡੇ ਨਾਲ ਖਹਿਬਣ ਲੱਗ ਪਏ। ਇੰਝ ਹੋਇਆ, ਉਹ ਸ਼ਰਾਬ ਪਿਓ ਤੇ ਪੀਂਦਾ ਸੀ, ਮੁੰਡੇ ਵੀ ਪੀਣ ਲੱਗ ਪਏ। ਮੁੰਡਿਆਂ ਨੇ ਹਰਕਤਾਂ ਬਹੁਤ ਜ਼ਿਆਦਾ ਕਰਨੀਆਂ ਸ਼ੁਰੂ ਕਰਤੀਆਂ। ਇੰਝ ਹੋਇਆ ਕਿ ਸਾਡੇ ਕੋਲ, ਸਾਡੇ ਪਿੰਡ ਦੇ ਕੋਲ ਬੈਂਕਾਂ ਚੀਮਾ ਸੀਗਾ, ਉੱਥੋਂ ਦੇ ਡਾਕੂ ਸਨ ਬੜੇ ਤਗੜੇ, ਹਜ਼ਾਰੂ ਤੇ ਪਿਆਰੂ ਮਸ਼ਹੂਰ ਹੋਣੇ ਸਾਰੇ ਪੰਜਾਬ ਵਿੱਚ ਸਨ, ਵੱਡੇ ਵੱਡੇ ਡਾਕੇ ਮਾਰਦੇ ਸਨ। ਉਹਦੇ ਨਹੀਂ ਉਹਨਾਂ ਨਾਲ ਦੀ ਯਾਰੀ ਹੋ ਗਈ। ਬਦਮਾਸ਼ ਤੇ ਚਾਹੁੰਦਾ ਸਾਡੇ ਕੋਲ ਆਵੇ, ਇਹਨਾਂ ਕੰਮ ਕਾਰ ਤੇ ਆਪਣਾ ਹੱਥੀਂ ਕਰਨਾ ਛੱਡ ਦਿੱਤਾ, ਸ਼ਰਾਬ ਪੀਣੀ, ਉਹ ਪੈਸੇ ਕਿੱਥੋਂ ਹੋਣੇ ਸਨ। ਹੌਲੀ ਹੌਲੀ ਜ਼ਮੀਨ ਜਿਹੜੀ ਜ਼ੈਲਦਾਰ ਕੋਲ ਧਰਦੇ ਗਏ, ਗਹਿਣੇ ਧਰਦੇ ਗਏ, ਘੋਟਦੇ ਗਏ। ਇੱਥੋਂ ਇਹ ਵਕਤ, ਐਸਾ ਵਕਤ ਆਇਆ ਕਿ ਸਾਰੀ ਜ਼ਮੀਨ ਹੀ ਜਿਹੜੀ ਸੀ ਜਾਂਦੀ ਰਹੀ, ਚਲੀ। ਘਰ ਖਾਣ ਨੂੰ ਮੁਸ਼ਕਲ ਹੁੰਦਾ, ਘਰ ਤੇ ਟਿਕਦੇ ਨਹੀਂ ਸਨ। ਤੇ ਉਹਦੀ ਵਜ੍ਹਾ ਸੀ ਕਿ ਪੁਲਿਸ ਮਗਰ ਰਹਿੰਦੀ ਸੀਗੀ, ਉਹਨਾਂ ਦੇ ਕੋਲ ਰਾਤੀ ਰਾਤੀ ਕਦੀ ਘਰ ਆ ਜਾਣਾ। ਇੰਝ ਕਿ ਦੱਸਦੇ ਨੇ ਕਿ ਸਾਡੇ ਦਾਦਾ ਜੀ ਨੂੰ ਗੁਜ਼ਰਿਆ ਕੋਈ ਥੋੜ੍ਹੇ ਦਿਨ ਹੀ ਹੋਏ ਸਨ, ਤੇ ਇਹ ਉੱਥੇ ਆਪਣੇ ਪੈਲੀ ਵਿੱਚ ਪੱਠੇ ਵੱਢ ਰਹੇ ਸਨ। ਸ਼ਟਾਲਾ ਜਿਹਨੂੰ ਕਹਿੰਦੇ ਰਿਹਾ, ਜਿਵੇਂ ਅਸੀਂ ਇੱਥੇ ਚਰੀ ਕਹਿ ਦਿੰਦੇ। ਹਾਂ, ਸ਼ਰਾਬ ਪੀਤੀ ਪਿਓ ਪੁੱਤਰਾਂ ਨੇ, ਤੇ ਖੂਬ ਗਾਲਾਂ ਕੱਢੀਆਂ ਸਨ। ਮੇਰੇ ਤਾਇਆ ਜੀ ਦੇ ਹੱਥੀਂ ਨਹੀਂ ਪਏ, ਕਿਉਂ ਮੇਰੇ ਤਾਇਆ ਜੀ ਤਕੜੇ ਚੱਕੇ ਸਨ, 2 ਬੰਦਿਆਂ ਨਾਲ ਤਕੜੇ ਸਨ, ਸਿਹਤ ਬੜੀ ਤਗੜੀ ਸੀ। ਤਾਇਆ ਜੀ ਤੇ ਜਿਹੜੀ ਆ ਗਏ, ਘਰ ਆ ਗਏ ਸਨ, ਕਾਮੇ ਘਰ ਕਰਦੇ ਸਨ, ਉੱਤੇ ਕੰਮ ਦੋ ਖੂਬ ਗਾਲਾਂ ਕੱਢੀਆਂ, ਤੱਜ ਕੇ ਸ਼ਰਾਬ ਪੀਤੀ ਬਹਿ ਕੇ ਲੋਕਾਂ ਨੇ ਸੁਣੀਆਂ। ਬਹੁਤ ਸਾਰੇ ਲੋਕਾਂ ਨੇ ਫਟਕਾਰਾਂ ਪਾਈਆਂ, ਸ਼ਰਮ ਕਰੋ। ਇੱਡਾ ਸੰਤ ਜਿਹੜਾ ਮੇਰੇ ਦਾਦਾ ਜੀ ਕੋਲ ਨਾ ਟਕੂਆ ਅਸੀਂ ਉਹਨਾਂ ਦੀ ਵੀ ਕੁਹਾੜੀ ਹੁੰਦੀ ਹੈ ਨਾ, ਇਸ ਤਰ੍ਹਾਂ ਥੱਲੇ ਸੂਬਾ ਲੱਗਿਆ ਹੁੰਦਾ, ਵਾਸਤੇ ਰੱਖਦੇ ਸਨ ਕਿ ਸੰਤਾਂ ਇਹੋ ਜਿਹੀ ਗੱਲਾਂ ਕਰਦੇ ਪਏ। ਪੱਠੇ ਵੱਢ ਕੇ ਗੱਡੇ 'ਚ ਲੱਦੇ। ਇਹ ਤੇ ਸ਼ਰਾਬੀ ਚੋਖੇ ਹੋਏ ਸਨ, ਸੁੱਚੂ ਤੇ ਸੁੱਚਾ ਤੇ ਸਦਣੀ ਉਹਦੇ ਮੁੰਡੇ, ਉਹ ਗੱਡੇ ਦੇ ਪਿੱਛੇ ਬਹਿ ਗਏ। ਉਹਦਾ ਪਿਓ ਗੱਡੇ ਦੇ ਝੂਲੇ 'ਤੇ ਆ ਕੇ ਬੈਠ ਕੇ ਗੱਡੀ ਨੂੰ ਤੋਂ ਚੱਲ ਪਿਆ ਪਿੰਡ ਨੂੰ। ਸ਼ਰਾਬੀ ਬੜਾ ਹੋਇਆ ਸੀਗਾ ਉਹ ਵੀ, ਉਹਨਾਂ ਨੂੰ ਤੇ ਹੋਸ਼ ਨਹੀਂ ਸੀ ਸੁੱਚੀ ਸਜਣੀ ਨੂੰ। ਇਹ
ਘਰ ਦੇ ਕੋਲ ਥੋੜ੍ਹਾ ਜਿਹਾ ਸਾਡੇ ਘਰ ਦੇ ਨਾਲੀ ਨਿਕਲਦੀ ਸੀ ਇੱਕ ਜਿਸ 'ਚ ਪਾਣੀ ਜਿਹੜਾ ਬਾਹਰ ਜਾਂਦਾ ਸੀਗਾ। ਪਿੰਡ ਤੋਂ ਉਹ ਨਾਲੀ 'ਚ ਕੱਜੀ ਹੋਈ ਸੀਗੀ, ਥੋੜ੍ਹੀ ਜਿਹੀ ਉੱਚੀ ਸੀਗੀ, ਰਸਤੇ ਕੱਚੇ ਹੀ ਹੁੰਦੇ ਸਨ। ਜਿਸਲੇ ਗੱਡੇ ਦਾ ਪਹੀਆ ਉਸ 'ਤੇ ਨਾਲੀ 'ਤੇ ਚੜ੍ਹ ਜਾਣਾ, ਉਹ ਹਲੂਣਾ ਲੱਗਾ, ਉਹ ਵਸਾਵਾ ਡਿੱਗ ਪਿਆ। ਡਿੱਗ ਪਿਆ ਤੇ ਗੱਡੀ ਬਹੁਤ ਦਾ ਜਿਸ ਗੱਡਾ ਤੇ ਪਹੀਆ ਸੀ ਉਹਦੇ ਥੱਲੇ ਦਾ ਸਿਰ ਆ ਗਿਆ, ਧੌਣ ਆ ਗਿਆ। ਅੱਛਾ। ਪੂਰਾ ਪਹੀਆ ਉਤਾਰ ਕੇ ਬਹੁਤ ਖਲੋ ਗਿਆ, ਰੁਕ ਕੇ ਰੁਕਾਵਟ ਜੋ ਆ ਗਈ ਆ। 15-20 ਮਿੰਟ ਹੋਏ ਉੱਥੇ ਗੱਡੇ ਖਲੋਤੇ ਨੂੰ। ਸਾਡੇ ਤੋਂ ਦੋ ਘਰ ਪਿੱਛੇ ਸੀਗਾ, ਨਾਲ ਘਰ ਦੇ ਜਿਹੜੇ ਸਨ ਉਹ ਉੱਠ ਕੇ ਆਏ, ਉਹਦਾ ਮੁੰਡਾ ਆਇਆ, ਉਹਨਾਂ ਕਿਹਾ ਇਹ ਚੱਠਿਆਂ ਦਾ ਗੱਡਾ ਖਲੋਤਾ ਹੈ ਇੱਥੇ, ਅੱਗੇ ਕਿਉਂ ਨਹੀਂ ਗਿਆ? ਜਿਸ ਨੇ ਉਹਨਾਂ ਬਾਹਰ ਆ ਕੇ ਵੇਖਿਆ ਤੇ ਉਹ ਵਸਾਵਾ ਗੱਡੇ ਥੱਲੇ ਆਇਆ ਸੀਗਾ। ਉਹਦੀ ਧੌਣ ਤੋਂ ਨਾਲ ਗੱਡਾ ਚੁੱਕ ਕੇ ਲਾਇਆ, ਰੌਲਾ ਪੈ ਗਿਆ। ਮੇਰੇ ਤਾਇਆ ਜੀ ਭੱਜੇ ਆਏ, ਵਸਾਵੇ ਦੀ ਜਨਾਨੀ, ਉਹਦੀ ਨੂੰਹ ਸੀ, ਉਹਦਾ ਵੱਡਾ ਪੁੱਤਰ ਸੀ। ਲਓ ਜੀ, ਗੱਲ ਕੀ, ਕੱਢਿਆ ਥੱਲੇ ਤੇ ਮਰਿਆ ਪਿਆ ਸੀ। ਰੌਲਾ ਪੈ ਗਿਆ, ਰੋਣਾ ਸ਼ੁਰੂ ਹੋ ਗਿਆ, ਉਹਨੂੰ ਚੁੱਕ ਕੇ ਘਰ ਲੈ ਗਿਆ। ਹੁਣ ਸਾਰਾ ਪਿੰਡ ਤੇ ਨਾ ਤਾਂ ਦੁਖੀ ਸੀਗਾ। ਨਾਲੇ ਪਿੰਡ ਨੇ ਦੇਖਿਆ ਸੀ ਵੀ ਗਾਲਾਂ ਕੱਢ ਕੇ ਆਏ ਨੇ। ਸਾਰਾ ਪਿੰਡ ਕਹਿੰਦਾ ਕਿ ਅਜੇ ਆਇਆ ਥੋੜ੍ਹਾ ਚਿਰ ਦੀ ਗੱਲ ਹੈ, ਇਹ ਗਾਲਾਂ ਕੱਢ ਰਿਹਾ ਸੀ। ਪਰ ਉਹਨਾਂ ਨੂੰ ਪਤਾ ਨਹੀਂ ਸੀ ਪੱਠਿਆਂ ਦੇ ਵਿੱਚ ਬੈਠਾ ਸੁੱਚਾ ਸੱਜਣੀ ਤੇ ਵੀ ਹੋ ਗਈ ਸਨ। ਉਹ ਤੋਂ ਨਾ ਬਾਅਦ 'ਚ ਵੇਖਿਆ ਪੱਠੇ ਕੋਲ ਗਿਆ ਕਿ ਬਈ ਉਹ ਪੁੱਤਰ ਹੋ ਗਏ। ਉਹਨਾਂ ਨੂੰ ਤਾਂ ਹੋਸ਼ ਹੀ ਕੋਈ ਨਹੀਂ ਸੀ। ਲੋਕਾਂ ਚੁੱਕ ਕੇ ਉਹਨੂੰ ਘਰ ਛੱਡਿਆ। ਗੱਲ ਇਹ ਹੋਈ ਬੇਟਾ ਕਿ ਪਿੰਡ ਦੇ ਵਿੱਚੋਂ ਕੋਈ ਬੰਦਾ ਵੀ ਨਹੀਂ ਉਹਨੂੰ ਬੁਲਾਉਣ ਵਾਸਤੇ ਆਇਆ, ਕਿ ਉਹਨਾਂ ਨੂੰ ਖਾਸ ਕਰਕੇ ਮੁਸਲਮਾਨ ਤੇ ਬਹੁਤ ਦੁਖੀ ਸਨ। ਉਹਦੇ ਕੋਲ ਉਹਨਾਂ ਨੂੰ ਧੀਆਂ ਕੋਲ ਭੈਣਾਂ ਨਾਲ ਬੁਰੀ ਨਜ਼ਰ ਪੈਂਦੇ ਸਨ। ਉਹ ਲਾਲ ਹੋ ਗਏ ਡਾਕੂ, ਉਹ ਜਿਹੜੇ ਪਿਆਰੂ ਤਿਆਰ ਲੋਕੀ ਦੁਨੀਆ ਡਰਦੇ ਸੀ ਉਹਨਾਂ ਦੇ ਕੋਲ, ਕੋਈ ਬੋਲਦਾ ਨਹੀਂ ਸੀਗਾ। ਲੋਕ ਬਹੁਤ ਦੁਖੀ ਸਨ ਉਹਨਾਂ ਦੇ ਕੋਲ, ਕੋਈ ਘਰ ਇਹਨਾਂ ਨੂੰ ਬੁਲਾਉਣ ਵਾਸਤੇ ਵੀ ਨਹੀਂ ਆਇਆ। ਮੁਰਦਾ ਪਿਆ ਰਿਹਾ। ਫਿਰ ਵੀ ਮੇਰੀ ਦਾਦੀ ਨੇ ਆਖਿਆ ਮੇਰੇ ਤਾਏ ਨੂੰ, ਬੇਟਾ ਕਿਆ ਜਾਓ, ਕੋਈ ਗੱਲ ਨਹੀਂ, ਇਹਨਾਂ ਤੇ ਸਾਡੇ ਨਾਲ ਜ਼ਿਆਦਤੀ ਕੀਤੀ। ਦੇਰ ਬਾਅਦ ਮੇਰੇ ਤਾਇਆ ਜੀ ਗਏ। ਦਾਦੀ ਮੇਰੀ ਰੋਣ ਲੱਗ ਪਈ, ਸਾਬੇ ਦੀ ਜਨਾਨੀ, ਬੇਟਾ ਸਾਡਾ ਤੇ ਕੋਈ ਕਸੂਰ ਨਹੀਂ, ਅਸਾਂ ਤਾਂ ਤੁਹਾਡੇ ਨਾਲ ਕਦੀ ਵਿਗਾੜੀ ਨਹੀਂ, ਕੋਠੇ ਤੋਂ ਵੀ ਤੁਹਾਡੇ ਨਾਲ ਰੋਜ਼ ਬੋਲਦੇ ਸਾਂ, ਸਾਡੇ ਨਾਲ ਇਹ ਕੀ ਹੋ ਗਿਆ? ਅਖੀਰ 'ਤੇ ਉਹਨਾਂ ਦੇ ਕੁੜਮ ਆਏ ਮੁੰਡਿਆਂ ਦੇ, ਅਤੇ ਉਹਦਾ ਪਿੰਡ ਦਾ ਬੰਦਾ ਕੋਈ ਨਹੀਂ ਗਿਆ। ਉਹਨਾਂ ਦਾ ਸੰਸਕਾਰ ਕੀਤਾ। ਮੇਰਾ ਤਾਇਆ ਜੀ ਨਾਲ ਜ਼ਰੂਰ ਗਏ। ਉਹ ਮਰ ਗਿਆ। ਹੁਣ ਤੇ ਬਹੁਤ ਖੁੱਲ੍ਹੀ ਚੁੱਠੀ ਹੋ ਗਈ। ਹੁਣ ਇੱਥੋਂ ਤੱਕ ਕਿ ਉਹ ਘਰ ਨਹੀਂ ਸਨ ਵੜਦੇ ਮੁੰਡੇ, ਹੋਰ ਖੁੱਲ੍ਹੀ ਛੂਟ ਮਿਲ ਗਈ। ਜ਼ਮੀਨ ਤੇ ਸਾਰੀ ਗਹਿਣੇ ਪੈ ਗਈ ਸੀਗੀ। ਘਰ ਭੁੱਖਿਆ ਮਰਨ ਲੱਗ ਪਿਆ। ਨੂੰਹਾਂ ਜਿਹੜੀਆਂ ਸਨ ਪੇਕੇ ਟੁਰ ਗਈਆਂ ਆਪਣੇ। ਕੱਲੀ ਰਹਿ ਗਈ ਬੁੱਢੀ। ਦੋ ਪੁੱਤਰ ਸ਼ਰਾਬੀ ਕਬਾਬੀ, ਘਰ ਰੋਟੀ ਵੀ ਨਾ ਪੱਕਣੀ, ਰੋਂਦੀਆਂ ਰਹਿਣਾ। ਤਰਸ ਕਰਕੇ ਮੇਰੀ ਦਾਦੀ ਉਹਨਾਂ ਨੂੰ ਛੋੜੀਆਂ। ਹਾਲਾਂਕਿ ਮੇਰਾ ਤਾਇਆ ਜੀ ਬੜੇ ਨਾਰਾਜ਼ ਹੁੰਦੇ ਸਨ। ਉਹਨਾਂ ਨੂੰ ਕੰਧ ਸੀ ਨਾ, ਬਹੁਤ ਹੀ ਉੱਚੀ ਸੀ, ਪੌੜੀਆਂ ਚੜ੍ਹ ਕੇ ਉਹਨਾਂ ਨੂੰ ਰੋਟੀਆਂ ਖੜਾ ਦਿੰਦੀਆਂ। ਪਿੰਡ ਡਰਨ ਲੱਗ ਪਿਆ। ਉਹਨਾਂ ਦਾ ਵਤੀਰਾ ਵੱਧ ਅੱਗੇ ਚੋਖਾ। ਇੱਥੋਂ ਤੱਕ ਮੇਰੇ ਪਾਪਾ ਜੀ ਗੁਜਰਾਂ ਵਾਲੇ ਐਵੇਂ ਨਹੀਂ ਸਨ ਗਏ। ਇੱਕ ਦਿਨ ਦੀ ਗੱਲ ਹੈ ਕਿ ਮੇਰੇ ਪਾਪਾ ਜੀ
ਵਜ਼ੀਰਾਬਾਦ ਗਏ ਸਨ, ਆਪਣੀ ਜ਼ਮੀਨ ਦੇ ਬਾਰੇ ਕੁਝ ਕੰਮ ਕਾਰਜ ਕਰਨਾ ਸੀਗਾ। ਤੇ ਉੱਥੋਂ ਜਿਸਲੇ ਇਹ ਵਾਪਸ ਆਏ ਤੇ ਰਸਤੇ 'ਚ ਵਰਪਾਲਾ ਮੇਰੇ ਦਾਦਾ ਜੀ ਦਾ ਭਰਾ ਸੀ, ਧਰਮ ਦਾ ਭਰਾ ਬਣਿਆ। ਤੇ ਉੱਥੇ ਠਹਿਰੇ। ਉਹਨਾਂ ਨੇ ਕਿਹਾ ਬੇਟਾ ਤੂੰ ਜਾਣਾ ਨਹੀਂ। ਉਹਨਾਂ ਦਾ ਵਸਾ ਕੋਈ ਨਹੀਂ ਗਾ, ਗਲਤ ਆਦਮੀ ਨਹੀਂ, ਕੋਈ ਗਲਤ ਕੰਮ ਨਹੀਂ ਕਰਦਾ। ਉਹਨਾਂ ਨੇ ਕਿਹਾ ਕੋਈ ਨਹੀਂ ਤਾਇਆ ਜੀ, ਦਿਨ ਠੀਕ ਸੀ, ਅਜੇ ਡੁੱਬਿਆ ਨਹੀਂ ਸੀਗਾ। ਉਹ ਚੱਲੇ। ਉਸ ਵਕਤ ਕਮਾਦ ਹੁੰਦੇ ਸਨ ਬੜੇ ਉੱਚੇ ਉੱਚੇ। ਇਹ ਸੁੱਚਾ ਤੇ ਸਜਣੀ ਬਰਛੇ ਫੜੇ। ਉਸ ਵਕਤ ਇਹ ਮੋੜ ਦੇ ਉੱਤੇ ਗੱਲਾਂ ਕਰਦੇ ਹੁੰਦੇ ਸਨ ਵੀ ਅੱਜ ਮੱਖਣ ਸਿੰਘ ਨੂੰ ਛੱਡਣਾ ਨਹੀਂ, ਇਹਨੂੰ ਮਾਰ ਦੇਣਾ। ਇਹ ਆਵਾਜ਼ ਮੇਰੇ ਪਾਪਾ ਜੀ ਦੇ ਕੰਨੀ ਪੈ ਗਈ। ਉਸ ਵਕਤ ਸੂਆ ਸੁੱਕਿਆ ਹੋਇਆ ਸੀ, ਜਾਂ ਪਾਣੀ ਜਿਹੜਾ ਸੀ ਨਾ, ਮੇਰੇ ਪਾਪਾ ਜੀ ਉਸ ਸੂਏ ਦੇ ਪੁਲ ਦੇ ਥੱਲੇ ਬਹਿ ਗਏ। ਉਹ ਪੁਲ ਦੇ ਉੱਤੇ ਬਹਿ ਕੇ ਘੰਟਾ ਬੈਠੇ ਰਹੇ। ਉਡੀਕ ਜਿਹੜਾ ਵੀ ਆਵੇਗਾ ਤੇ ਮੱਖਣ ਸਿੰਘ ਨੂੰ ਮਾਰਾਂਗੇ। ਬੜੀ ਡਰ ਖੌਫ ਮੇਰੇ ਪਾਪਾ ਜੀ ਕਹਿੰਦੇ ਨੇ ਕਿ ਮੌਤ ਸਾਹਮਣੇ ਨਜ਼ਰ ਆ ਗਈ ਸੀ। ਅਖੀਰ ਤੇ ਉੱਠ ਕੇ ਚਲੇ ਗਏ। ਸ਼ਰਾਬੀ ਬੜੇ ਹੋਏ ਸਨ। ਸਾਡੇ ਉਸ ਸੂਬੇ ਦੇ ਨਾਲ ਜਿਹੜੇ ਜ਼ਿਮੀਂਦਾਰ ਰਹਿੰਦੇ ਸਨ, ਉਹਨਾਂ ਨੇ ਸਾਰਾ ਸੀਨ ਵੇਖਿਆ। ਜਿਸ ਵੇਲੇ ਉਹ ਚਲੇ ਗਏ ਨਾ, ਤੇ ਉਹ ਸੂਬੇ ਤੋਂ ਉਹਨੇ ਸੂਬੇ ਤੇ ਥੱਲੇ ਜਾਂਦੇ ਮੇਰੇ ਪਾਪਾ ਜੀ ਨੇ ਵੇਖਿਆ ਸੀ। ਉਹ ਮੁੰਡੇ ਨੇ ਉਹਨੇ ਬੁਲਾਇਆ, ਕਹਿੰਦਾ ਭਾ ਜੀ ਉਹ ਚਲੇ ਗਏ। ਉਹਨੂੰ ਆਪਣੇ ਨਾਲ ਗੱਡੇ ਤੇ ਬਿਠਾਉਂਦਾ ਲੈ ਪਿੰਡ ਆ ਗਿਆ। ਮੇਰੀ ਭੂਆ ਜੀ ਨੂੰ ਪਤਾ ਲੱਗਾ। ਉਹਨੇ ਮੇਰੇ ਤਾਏ ਨੂੰ ਬੁਲਾ ਕੇ ਆਖਿਆ ਕਿ ਮੱਖਣ ਸਿੰਘ ਨੂੰ ਇੱਥੇ ਨਹੀਂ ਰਹਿਣ ਦੇਣਾ, ਇਹ ਮਾਰ ਦੇਣਗੇ। ਇਸੇ ਕਰਕੇ 15 ਕਿੱਲੇ ਜ਼ਮੀਨ ਗਹਿਣੇ ਰੱਖੀ ਸੀ। ਗੁਜਰਾਂਵਾਲਾ ਗਏ ਸੀਗੇ। ਮੇਰੇ ਦਾਦਾ ਜੀ ਨੂੰ ਸ਼ੱਕ ਸੀਗਾ ਇਸ ਗੱਲ ਦਾ ਕਿ ਬਈ ਉੱਥੇ ਪਰਿਵਾਰ ਵਧਿਆ, ਸਾਰਾ ਹੋਇਆ। ਹੁਣ ਇਹ ਜੋ ਹੋਇਆ ਕਿ ਕੀ ਕਰੀਏ, ਆਵਾਜ਼ ਆ ਗਈ ਪਾਕਿਸਤਾਨ ਬਣ ਗਿਆ, ਪਾਕਿਸਤਾਨ ਬਣ ਗਿਆ। ਤੇ ਕਾਫੀ ਟਾਈਮ ਪਹਿਲਾਂ ਤੋਂ ਇਹ ਗੱਲ ਚੱਲ ਰਹੀ ਸੀ ਵੀ ਪਾਕਿਸਤਾਨ ਅੱਡ ਹੋਣਾ ਤੇ ਹਿੰਦੁਸਤਾਨ ਅਲੱਗ ਬਣਨਾ? ਨਾ ਕੋਈ ਪਤਾ ਨਹੀਂ ਸੀਗਾ। ਵਾਸਤਾ ਹੀ ਨਹੀਂ ਸੀ ਇਸ ਗੱਲ ਦਾ। ਇਸ ਗੱਲ ਦਾ ਸੁਪਨੇ ਵਿੱਚ ਵੀ ਨਹੀਂ ਸੀ ਪਤਾ ਕਿ ਪਾਕਿਸਤਾਨ ਹਿੰਦੁਸਤਾਨ ਬਣ ਜਾਏਗਾ। ਨਹੀਂ, ਜਿਹੜਾ ਉਦੋਂ ਗੁਜਰਾਂਵਾਲਾ ਹੁੰਦਾ ਸੀਗਾ ਉਹ ਦੇਸ਼ ਨੂੰ ਕੀ ਕਹਿੰਦੇ ਹੁੰਦੇ? ਉਦੋਂ ਪਾਕਿਸਤਾਨ ਦਾ ਤਾਂ ਨਾਮ ਹੀ ਨਹੀਂ ਸੀ ਹੁੰਦਾ। ਕੀ ਕਹਿੰਦੇ ਸੀ ਉਹਨੂੰ? ਹਿੰਦੁਸਤਾਨ ਹੀ ਕਹਿੰਦੇ। ਪੰਜਾਬ ਹੁੰਦਾ ਸੀਗਾ। ਅੱਛਾ ਜੀ। ਪੰਜਾਬ ਨਾਮ ਅਸੀਂ ਪੰਜਾਬ ਦੇ ਵੀ ਐਸੇ ਜ਼ਿਲ੍ਹੇ ਨੇ, ਭਈ ਇੰਨੇ ਜ਼ਿਲ੍ਹੇ ਨੇ ਪੰਜਾਬ ਦੇ, ਇਹਦੇ ਵਿੱਚ ਲੋਕ ਕੋਈ ਜਿਹੜੇ ਸਨ ਸਾਰੇ ਨਾਲ ਬਣਦੇ ਸਨ। ਕੋਈ ਨਾਂ ਨਹੀਂ ਸੀਗਾ ਕਿ ਬਈ ਜਿਵੇਂ ਅੰਮ੍ਰਿਤਸਰ ਹੁੰਦਾ ਸੀਗਾ, ਜਲੰਧਰ ਹੁੰਦਾ ਸੀ। ਤੇ ਹੁੰਦੇ ਸਨ, ਲਾਹੌਰ ਹੋ ਗਿਆ, ਪਿਸ਼ਾਵਰ ਹੋ ਗਿਆ, ਇਹ ਨਾਂ ਹੁੰਦੇ ਸਨ। ਅੱਛਾ ਜੀ। ਬਾਕੀ ਸਾਰਾ ਪੰਜਾਬ ਕਰਕੇ ਬੋਲਦਾ ਸੀ। ਸਾਰਾ ਪੰਜਾਬ ਹੀ ਹੁੰਦਾ ਸੀ। ਉੱਥੇ ਹੋਰ ਕੋਈ ਸੀ। ਬਾਕੀ ਪੰਜਾਬ ਦੇ ਵਿੱਚ ਉਸ ਵਕਤ ਸ਼ਹਿਰਾਂ 'ਚ ਆਬਾਦੀ ਕੁਛ ਪੜ੍ਹਿਆਂ ਲਿਖਿਆਂ ਦੀ ਹੁੰਦੀ ਸੀ, ਪਰ ਸ਼ਹਿਰ ਦੂਰ ਹੁੰਦੇ ਸਨ ਪਿੰਡਾਂ ਤੋਂ। ਚਲੋ ਆਪਾਂ ਹੁਣ ਪਾਕਿਸਤਾਨ ਵਾਲੀ ਸ਼ੁਰੂ ਕੀਤੀ ਹੈ ਨਾ ਗੱਲ, ਆਪਾਂ ਵੀਡੀਓ ਬੰਦ ਕਰਕੇ ਦੁਬਾਰੇ ਚਲਾਉਂਦੇ ਹਾਂ। ਅੱਛਾ। ਹਾਂ।